ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵਿਸਾਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ ਏਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ। ਆਦ ਪੂਰਨ ਮਦ ਪੂਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਮ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਹ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਜੋ ਇਸ ਪਾਵਨ ਸਥਾਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜੀਵਾਰ ਕਥਾ ਪ੍ਰਾਰੰਭ ਹੈ ਸੋ ਮੱਧ ਵਿੱਚ ਆਈ ਹੈ। ਜੋ ਜੈਸਰੀ ਦੀ ਵਾਰ ਤੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ। ਕੱਲ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਇਆ ਤੇ ਮੱਧ ਦੀ ਅਰਦਾਸ ਹੋਈ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ। ਪਿਛਲੀ ਹੋਈ ਕਥਾ ਦੇ ਦੌਰਾਨ ਭੁੱਲਾਂ ਚੁੱਕਾਂ ਕਿਰਪਾ ਕਰਕੇ ਮਾਫ ਕਰਨ। ਅੱਗੇ ਮੱਧ ਤੋਂ ਚੜ੍ਹਦੀ ਕਲਾ ਸਹਿਤ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਨਿਜ ਮੱਧ ਇਹ ਆਪ ਹੀ ਆਪ ਦੀ ਬਾਣੀ ਦੀ ਕਥਾ ਕਰਵਾ ਕੇ ਸੰਪੂਰਨਤਾ ਬਖਸ਼ਿਸ਼ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ
जय श्री जी वार जी कथा विचार सब श्रवण करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। जैत सरी महला पंजवा। पंजवें पातशाह ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ। ਇੱਕ ਵਿਜੈ ਰਾਮ ਪੰਡਤ ਜੋ ਬੜਾ ਭਾਰੀ ਵਿਦਵਾਨ ਵੇਦ ਵਿਦਿਆ ਵਿੱਚ ਨਿਪੁੰਨ ਸੀ, ਗੁਰੂ ਘਰ ਦਾ ਜਸ ਸੁਣ ਕੇ ਕਾਸ਼ੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਹੈ। सतगुरु जी महाराज के दर्शन करके श्रद्धा और भी बथेरी हो गई। जैसा सतगुरु सुनींदा तैसो ही मैं लीठ। बिछड़िया मेले प्रभु हर दरगह का मसीह। हर नामो मंत्र दृढ़ाइंदा नानक सतगुरु तना मिलाया जिन तुहे पया संजोग। भाव जिस प्रकार गुरां नूं सुनिया सी उस तो भी वध अपने प्रतख नेत्ਰਾਂ नाल महाराज नूं देख लिया। हुण मन विच प्रश्न करने की इच्छा पैदा हुई ਤੇ ਸਤਿਗੁਰਾਂ ਨੂੰ ਪੁੱਛਣ ਲੱਗਾ ਕਿ ਸਤਿਗੁਰੂ ਜੀ ਸਾਡੇ ਹਿੰਦੂ ਮਤ ਵਿੱਚ ਕਾਸ਼ੀ ਅਸਥਾਨ ਆਦਿਕ ਅਸਥਾਨਾਂ ਦੇ ਮਰੇ ਪ੍ਰਾਣੀ ਦੇ ਨਿਮਿਤ ਅੰਤਮ ਕਿਰਿਆ ਦੇ ਵਿੱਚ ਗਰਭ ਪੁਰਾਣ ਦਾ ਪਾਠ ਤੇ ਕਥਾ ਕੀਤੀ ਜਾਂਦੀ ਹੈ, ਜਿਸ ਵਿੱਚ ਨਰਕਾਂ ਦੇ ਦੁੱਖਾਂ ਦੀ ਬਾਬਤ ਦੱਸਿਆ ਹੋਇਆ ਹੈ, ਜਿਸ ਨੂੰ ਸੁਣ ਕੇ ਤੇ ਸੰਸਾਰੀ ਲੋਕਾਂ ਨੂੰ ਨਰਕਾਂ ਦੇ ਦੁੱਖਾਂ ਦੀ ਜਾਣਕਾਰੀ ਦੇ ਕੇ ਔਗਣ ਕਰਨ ਵੱਲੋਂ ਭੈ ਦਿੱਤਾ ਜਾਂਦਾ ਹੈ, ਤਾਂ ਜੋ ਜੀਵ ਔਗਣ ਕਰਨ ਤੋਂ ਬਚ ਜਾਣ ਤੇ ਦੂਜਾ ਮ੍ਰਿਤਕ ਪ੍ਰਾਣੀ ਦੀ ਆਤਮਾ ਨੂੰ ਵੀ ਉਸ ਦਾ ਫਲ ਮਿਲਦਾ ਹੈ। ਜੇ ਮ੍ਰਿਤਕ ਪ੍ਰਾਣੀ ਸੁਧਰ ਹੋਵੇ ਤਾਂ ਉਸ ਦੀ ਗਤੀ 30 ਦਿਨਾਂ ਬਾਅਦ, ਵੈਸ਼ ਦੀ 17 ਦਿਨਾਂ ਬਾਅਦ, ਛਤਰੀ ਦੀ 13 ਦਿਨਾਂ ਬਾਅਦ ਤੇ ਬ੍ਰਾਹਮਣ ਦੀ 12 ਦਿਨਾਂ ਬਾਅਦ ਗਤੀ ਹੁੰਦੀ ਹੈ, ਕਿਉਂਕਿ ਜਾਤ ਦੇ ਆਧਾਰ ਤੇ ਅਪਵਿੱਤਰਤਾ ਤੋਂ ਪਵਿੱਤਰ ਹੋਣ ਦਾ ਸਮਾਂ ਨਿਸ਼ਚਿਤ ਹੋਇਆ ਹੈ। ਤੁਹਾਡੇ ਸਿੱਖਾਂ ਨੂੰ ਨਾ ਬ੍ਰਾਹਮਣ, ਨਾ ਛਤਰੀ, ਨਾ ਵੈਸ਼ ਤੇ ਨਾ ਹੀ ਸ਼ੂਦਰ ਕਿਹਾ ਜਾ ਸਕਦਾ ਹੈ, ਕਿਉਂਕਿ ਸਿੱਖਾਂ ਵਿੱਚ ਸਾਰੇ ਰਲੇ ਮਿਲੇ ਹੋਏ ਨੇ। ਇਹਨਾਂ ਦੀ ਗਤੀ ਕਿਵੇਂ ਹੁੰਦੀ ਹੈ? ਜਿਵੇਂ ਸਾਡੇ ਹਿੰਦੂ ਮਤ ਦੇ ਵਿੱਚ ਮਰੇ ਪ੍ਰਾਣੀ ਦੀ ਗਤੀ ਲਈ ਤਾਂ ਗਰੁੜ ਪੁਰਾਣ ਦੀ ਕਥਾ ਮੰਨੀ ਹੈ। ਤੁਸੀਂ ਆਪਣੇ ਸਿੱਖਾਂ ਦੇ ਕਲਿਆਣ ਲਈ ਕੀ ਸਾਧਨ ਮੰਨਿਆ ਹੈ ਅਤੇ ਮਰਨ ਤੋਂ ਬਾਅਦ ਅਪਵਿੱਤਰਤਾ ਤੋਂ ਪਵਿੱਤਰ ਹੋਣ ਲਈ ਕਿਤਨੇ ਦਿਨਾਂ ਦਾ ਸਮਾਂ ਨਿਸ਼ਚਿਤ ਕੀਤਾ ਹੈ? ਕਿਉਂਕਿ ਬ੍ਰਾਹਮਣ ਦੇ ਵਿੱਚ ਜਨਮ ਸਮੇਂ ਸੂਤਕ ਤੇ ਮਰਨ ਸਮੇਂ ਪਾਤਕ ਦਾ ਨਾਮ ਦੇ ਕੇ ਅਪਵਿੱਤਰਤਾ ਮੰਨੀ ਹੈ, ਜਿਸ ਦੇ ਵਰਣਾਂ ਦੀ ਵਰਣ ਅਨੁਸਾਰ ਦਿਨ ਘੱਟ ਵੱਧ ਨਿਸ਼ਚਿਤ ਕੀਤੇ ਹਨ। ਤਾਂ ਸਤਿਗੁਰੂ ਜੀ ਮਹਾਰਾਜ ਨੇ ਇਹਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੇ ਮਤ ਵਿੱਚ ਜਿਹੜਾ ਮਨੁੱਖ ਨੂੰ 4 ਥਾਂ ਤੇ ਵੰਡਿਆ ਗਿਆ ਹੈ, ਅਸੀਂ ਸਾਰਿਆਂ ਨੂੰ ਬਰਾਬਰ ਦਾ ਦਰਜਾ ਦੇਣ ਦਾ ਵਿਸ਼ਵਾਸ ਰੱਖਦੇ ਹਾਂ। ਸਿੱਖਾਂ ਨੂੰ ਸਾਰਿਆਂ ਨੂੰ ਪਿੱਤਰ ਸਮਝ ਕੇ 10 ਦਿਨ ਦੀ ਬਾਅਦ ਦੁਸਹਿਰਾ ਮਨਾਉਣ ਦੀ ਆਗਿਆ ਦਿੱਤੀ ਹੈ ਤੇ ਗਤੀ ਲਈ ਸਭ ਤੋਂ ਉੱਤਮ ਕਰਮ ਪਰਮੇਸ਼ਰ ਦਾ ਨਾਮ ਹੀ ਹੈ। ਪਰ ਜੇ ਗੁਰਸਿੱਖਾਂ ਨੇ ਕਥਾ ਦਾ ਵੀ ਲਾਭ ਲੈਣਾ ਹੋਵੇ
ਤਾਂ ਮਰੇ ਪ੍ਰਾਣੀ ਦੇ ਨਿਮਿਤ ਇਹ ਜੈਸਰੀ ਦੀ ਵਾਰ ਦੇ 2-2 ਸ਼ਲੋਕਾਂ ਦੀ ਰੋਜ਼ਾਨਾ ਕਥਾ ਕਰਕੇ 10ਵੇਂ ਦਿਨ ਭੋਗ ਪਾਵੇ। ਇਉਂ ਕਰਨ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਤੇ ਛੁੱਟ ਜਾਵੇਗਾ, ਕਿਉਂਕਿ ਬਾਣੀ ਨਾਮ ਰੂਪ ਇਸ ਬਾਣੀ ਦਾ ਪਾਠ ਕੀਰਤਨ ਤੇ ਕਥਾ ਕਰਦਿਆਂ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ। ਸਿੱਖ ਮ੍ਰਿਤਕ ਪ੍ਰਾਣੀ ਦੇ ਨਿਮਿਤ ਬਾਣੀ ਦਾ ਪਾਠ ਕੀਰਤਨ ਤੇ ਕਥਾ ਕਰਦੇ ਹਨ। ਇਹੀ ਸਿੱਖਾਂ ਨੂੰ ਸਾਡੀ ਆਗਿਆ ਹੈ। ਇੰਜ ਇਹ ਸ਼ਬਦ ਦੀ ਇਹ ਵਾਰ ਦੀ ਉਠਾਨਕ ਹੈ। ਇਹ ਵਿਜੇ ਰਾਮ ਪੰਡਤ ਦੇ ਕਹਿਣ ਤੋਂ ਗੁਰੂ ਜੀ ਮਹਾਰਾਜ ਨੇ ਇਹ ਜੈਸਰੀ ਦੀ ਵਾਰ ਉਚਾਰਨ ਕੀਤੀ। ਸੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਜੈਸਰੀ ਰਾਗਣੀ ਦੇ ਵਿੱਚ ਮਹਲਾ ਪੰਜਵਾਂ, ਪੰਜਵੇਂ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਇਹ ਵਾਰ ਉਚਾਰਨ ਕਰਦੇ ਨੇ। ਵਾਰ ਨਾਮ ਹੈ ਪੌੜੀਆਂ ਦਾ। ਵਾਰਾਂ ਅਸਲ 'ਚ ਪੌੜੀਆਂ ਹੀ ਹੁੰਦੀਆਂ ਸਨ, ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵਾਰਾਂ ਦਰਜ ਹਨ, ਇਹ ਸਤਿਗੁਰੂ ਜੀ ਨੇ ਸ਼ਲੋਕ ਤੇ ਮਹੱਲੇ ਨਾਲ ਲਿਖੀਆਂ ਹਨ। ਵਾਰ ਸ਼ਲੋਕਾਂ ਨਾਲ। ਇਸ ਵਾਰ ਵਿੱਚ ਸ਼ਲੋਕ, ਮਹੱਲੇ ਤੇ ਪੌੜੀਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਹੋਣਗੀਆਂ। ਇਹ ਸ਼ਲੋਕਾਂ ਦੇ ਨਾਲ ਵਾਰ ਉਚਾਰੀ ਹੈ। ਕਈ ਵਾਰਾਂ ਵਿੱਚ ਸ਼ਲੋਕ ਦੇ ਮਹੱਲੇ ਤੋਂ ਬਿਨਾਂ ਪੌੜੀਆਂ ਵਿੱਚ ਹੀ ਉਚਾਰਨ ਹੋਈ ਹੈ। ਜਿਵੇਂ ਰਾਮਕਲੀ ਦੀ ਤੀਜੀ ਵਾਰ ਸਤੇ ਬਲਵੰਡੇ ਦੀ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਕੀਮਤ ਦੇ ਗੁਣਾ ਸਦ ਭੈਣ ਪ੍ਰਾਪਤ ਹੈ, ਪਰੰਗ ਦਾਨ ਪੜੀਵਦ ਨਾਨਕ ਰਾਜ ਲੈ ਸੱਚ ਕੋੜ ਸਥਾਨੀ ਨੀਮਦ। ਬਸੰਤ ਕੀ ਵਾਰ ਮਹਲ ਪੰਜਵਾਂ, ਹਰ ਕਾ ਨਾਮ ਧਿਆਈ ਕੈ ਓਹੋ ਹਰਿਆ ਭਾਈ, ਕਰਮ ਲਖਨ ਦੇ ਪਾਈਐ ਇਹ ਰੁਤ ਸੁਹਾਈ। ਇਸ ਸ਼ਲੋਕ ਦੇ ਮਹੱਲਿਆਂ ਤੋਂ ਬਗੈਰ ਨੇ 2 ਵਾਰਾਂ। ਬਾਕੀ ਜਿਹੜੀਆਂ 20 ਦੀਆਂ 20 ਵਾਰਾਂ ਹਨ, ਉਹਨਾਂ ਨਾਲ ਸ਼ਲੋਕ ਵੀ ਹਨ ਤੇ ਮਹੱਲੇ ਵੀ ਹਨ। ਇਹ ਜਿਹੜੀ ਜੈਸਰੀ ਦੀ ਵਾਰ ਹੈ, ਇਹ ਵੀ ਸ਼ਲੋਕਾਂ ਦੇ ਨਾਲ ਹੈ। ਇੱਕ ਓੰਕਾਰ। ਪਹਿਲਾਂ ਸਤਿਗੁਰੂ ਜੀ ਮਹਾਰਾਜ ਜੀ ਨੇ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਜਦੋਂ ਵੀ ਚੈਪਟਰ ਬਦਲਦੇ ਨੇ, ਨਵਾਂ ਪ੍ਰਕਰਨ ਪ੍ਰਾਰੰਭ ਕਰਦੇ ਹਨ, ਤਾਂ ਇਹ ਬੀਜ ਮੰਤਰ ਉਚਾਰਨ ਕਰਕੇ ਵਸਤੂ ਨਿਰਦੇਸ਼ ਮੰਗਲ ਜ਼ਰੂਰ ਕਰਦੇ ਨੇ। ਇੱਕ ਅਦਰਸਰੂ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਮਹਾਰਾਜ ਕਹਿੰਦੇ ਨੇ ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਜਾਂ ਸੰਧਿਆ ਜਾਂ ਸਹਿਜ ਪਾਠ ਆਰੰਭ ਹੋਵੇ, ਤਾਂ ਇਸੇ ਹੀ ਸ਼ਬਦ ਤੇ ਪਾਠ ਹੋਣ ਤੋਂ ਕੜਾ ਪ੍ਰਸ਼ਾਦ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਲਿਆ ਕੇ ਅਰਦਾਸ ਕਰਕੇ ਭੋਗ ਲਵਾਇਆ ਜਾਂਦਾ ਹੈ। ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਕੀਤੀ ਹੋਈ ਇਸ ਵਾਰ ਤੇ ਆਵੇ, ਤਾਂ ਅਖੰਡ ਪਾਠ ਸਾਹਿਬ ਕਰਕੇ ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕੀਤੀ ਜਾਂਦੀ ਹੈ। ਐਸੀ ਮਰਿਆਦਾ ਪ੍ਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਅਣਜਾਣ ਪਾਠੀ ਜਾਂ ਤਾਂ ਪਹਿਲਾਂ ਹੀ ਅਰਦਾਸ ਆਰੰਭ ਕਰ ਲੈਂਦੇ ਨੇ, ਕਿਉਂਕਿ ਕਈ ਅਖੰਡ ਪਾਠ ਹੁੰਦੇ ਨੇ, ਇੱਕੋ ਹੀ ਬੰਦਾ ਹੁੰਦਾ ਅਰਦਾਸਾਂ ਲਈ। ਪ੍ਰੇਮੀ ਕਈ ਵਾਰ ਉਡੀਕਦੇ ਰਹਿੰਦੇ ਨੇ, ਮੱਧ ਜਾਂ ਤਾਂ ਲੰਘਾ ਦਿੰਦੇ ਨੇ ਜਾਂ ਪਹਿਲਾਂ ਹੀ ਲਾ ਦਿੰਦੇ ਨੇ। ਕਈਆਂ ਤੋਂ ਮੈਂ ਸੁਣਿਆ ਵੀ ਜੈਸਰੀ ਰਾਗ ਆਰੰਭ ਹੁੰਦਿਆਂ ਸਾਰੀ ਮੱਧ ਲਾ ਸਕੀਦਾ ਹੈ, ਪਰ ਇੰਜ ਨਹੀਂ ਹੈ। ਜੋ ਗੁਰਬਾਣੀ ਪਾਠ ਦਰਪਣ ਦੇ ਵਿੱਚ ਮਹਾਂਪੁਰਖਾਂ ਨੇ ਲਿਖਿਆ ਹੈ, ਜਦੋਂ ਪਾਠੀ ਦੇ ਮੂੰਹ ਦੇ ਵਿੱਚ ਪੰਕਤੀ ਹੋਵੇ ਆਦਿ ਪੂਰਨ ਮੱਧ ਪੂਰਨ ਕਹੇ,
उदों तू ठाकुर भी नहीं कहना है, तो आगे अरदास भी नहीं कहना है। तो रामकली महला तीजा पहला ही पढ़ लवे, सीधी अरदास खड़े पहला ही कर ले संगतां नूं, तो सीधी एक ओंकार श्री वाहिगुरू जी की फतेह तो ही अरदास शुरू करे। ये पुरातन पंथक मर्यादा है। ते अरदास समाप्त होंदियां सार फतेह बुला के मुड़ के दोहरा ना पड़े, क्योंकि श्री अखंड पाठ साहिब चलते दौरान जो सीमत अरदास करनी हुई है, तो ना तू ठाकुर वाला शब्द पढ़े ते ना ही दोहरा पढ़े, केवल अरदास करके फतेह बुला के जयकारा छड़ दिता जाए। संत ज्ञानी गुरबचन सिंह जी के विद्यार्थी बाबा नार सिंह जी ने रागमाला नूं एक शब्द मन के रागमाला समेत सारे शब्द गिणे सन। तो उस गिणती के आधार पर भी जिहड़ा मत है आदि पूर्ण वाले श्लोक से ही सिद्ध होया। ज्ञानी नार सिंह रोपड़ के नज़दीक शायद किते रहिंदे हन, काफ़ी 15-20 साल होए उन्होंने दर्शन होए सन। प्रचार भी बड़ा सुंदर करते हैं। उंज अंगां के हिसाब के नाल तां 715 अंग के मत आउंदा है, क्योंकि 1430 अंगां का गुरु ग्रंथ साहिब है। ये अंगां के हिसाब नाल 715 के मत आउंदा है। पर जे इस सवाल का उत्तर लेना होवे तां इंज बेनती है कि जो 1430 अंगां वाला महाराज बनाया, ये पातशाही स्वरूप श्रोमणी कमेटी ने नियत करके अंग फिक्स कर दिते। जदों दा कंप्यूटर छप आया, जिहड़ा पहले छापे हुंदे सी हथ लिखत या पत्थर के छापे, उन्हां दे विच हथ नाल लिखदियां होइया अखर ते पत्तरे वध घट जाते सन। पुरातन जिहड़े हथ लिख स्वरूप ने उन्हां दे कई पत्तरे हन, वध भी ने घट भी ने। तो इसलिए अखरां की गिणती के हिसाब के नाल इत्थे ही मध की अरदास आउंदी है, मध इत्थे ही लगता है। सो ये मध वाला शब्द सतगुरु जी उच्चारण करते हैं। हे सतगुरु जी, तुहाडे रचे हुए श्री गुरु ग्रंथ साहिब के विच की कुछ कथन है, आप कृपा करके दसो। सतगुरु जी उचार रहे हैं, सतगुर प्रसाद। सतगुरु जी कृपा दे नाल एक ओंकार की प्राप्ति हुंदी है। शब्द आरंभ करते हैं, श्लोक स्वैलोक की प्राप्ति कराने वाली का नाम श्लोक है। श्लोक छंद का नाम है। आद पूरण मत पूरण। ये भाई श्री गुरु ग्रंथ साहिब जी के आदि प्रारंभ के विच भी व्यापक परमेश्वर का कथन किया हुआ है, अति मध विचकार भी व्यापक परमेश्वर का ही कथन करते हैं। अंत पूरण परमेश्वर है। अंत अखीर विच बाणी की संपूर्णता का भोग पावांगे, उदों भी पूर्ण व्यापक परमेश्वर का ही कथन करांगे। इसी प्रकार आद पूरण मत पूरण। सारी जगत के आदि आरंभ दे विच भी पूर्ण परमेश्वर व्यापक है, अते विचकारले भाव वर्तमान समय विच भी पूर्ण परमेश्वर व्यापक है। अंत पूर्ण परमेश्वर है। अति अंत भाव विकट समय विच सृष्टि के खत्म हो जाने ते भी परमेश्वर पूर्ण व्यापक रहेगा। आद सच जुगाद सच है भी सच, नानक होसी भी सच। इसी प्रकार आद
ਪੂਰਨ ਮਦ ਪੂਰਨ। ਆਦਿ ਵਿੱਚ ਪੂਰਨ ਪਰਮੇਸ਼ਰ ਅਧਿਸ਼ਠਾਨ ਸਰੂਪ ਹੈ ਤੇ ਮੱਧ ਵਿੱਚ ਪੂਰਨ ਵਿਆਪਕ ਹੈ। ਅੰਤ ਪੂਰਨ ਪਰਮੇਸ਼ਰ ਹੈ। ਅਤੇ ਅੰਤ ਵਿੱਚ ਪੂਰਨ ਪਰਮੇਸ਼ਰ ਸਿਧਾਂਤ ਰੂਪ ਦੇ ਵਿੱਚ ਹੋਵੇਗਾ। ਇਸੇ ਪ੍ਰਕਾਰ ਆਦ ਪੂਰਨ ਮਦ ਪੂਰਨ। ਜਦੋਂ ਆਰੰਭ ਵੇਲੇ ਅਭਿਆਕ੍ਰਿਤ ਸਕੋਪਤ ਅਵਸਥਾ ਦਾ ਅਭਿਮਾਨੀ ਭਾਵ ਈਸ਼ਵਰ ਗੁਣਾ ਨਹੀਂ ਬਣਿਆ ਸੀ, ਉਦੋਂ ਦੇ ਵਿੱਚ ਵੀ ਪਰਮੇਸ਼ਰ ਪਰਿਪੂਰਨ ਸੀ। ਜਦੋਂ ਹੁਣ ਮੱਧ ਦੇ ਵਿੱਚ ਹਿਰਨ ਗਰਭ ਸੁਪਨ ਅਵਸਥਾ ਦਾ ਅਭਿਮਾਨੀ ਹੈ ਤਾਂ ਵੀ ਪਰਮੇਸ਼ਰ ਪਰਿਪੂਰਨ ਹੈ। ਅੰਤ ਪੂਰਨ ਪਰਮੇਸ਼ਰ ਹੈ। ਅਤੇ ਜਦੋਂ ਬ੍ਰਹਮੰਡਾਂ ਦੀ ਜਾਗਰਤ ਅਵਸਥਾ ਅਭਿਮਾਨੀ ਵਿਰਾਟ ਆਦਿਕਾਂ ਦਾ ਅੰਤ ਹੋਵੇਗਾ, ਉਦੋਂ ਵੀ ਪਰਮੇਸ਼ਰ ਪਰਿਪੂਰਨ ਰਹੇਗਾ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਮਹਾਨ ਹੋਏ ਪਸਰਿਆ ਨਾਨਕ ਏਕੰਕਾਰ। ਆਦ ਪੂਰਨ ਮਦ ਪੂਰਨ। ਇਸੇ ਪ੍ਰਕਾਰ ਪੰਜਵੇਂ ਅਰਥ ਵਿੱਚ ਬਖਸ਼ਿਸ਼ ਕਰਦੇ ਨੇ ਕਿ ਸਰੀਰ ਦੇ ਆਦ ਆਰੰਭ ਦੇ ਵਿੱਚ ਭਾਵ ਸਾਡੇ ਜੰਮਣ ਵੇਲੇ ਵੀ ਪਰਮੇਸ਼ਰ ਪਰਿਪੂਰਨ ਸੀ। ਮੱਧ ਭਾਵ ਜਵਾਨੀ ਅਵਸਥਾ ਵਿੱਚ ਵੀ ਪਰਮੇਸ਼ਰ ਪਰਿਪੂਰਨ ਹੈ। ਅੰਤ ਪੂਰਨ ਪਰਮੇਸ਼ਰ ਹੈ। ਅਤੇ ਜਦੋਂ ਸਰੀਰ ਦੀ ਸਮਾਪਤੀ ਹੋਵੇਗੀ ਤਾਂ ਸਮਾਪਤੀ ਵੇਲੇ ਵੀ ਪਰਮੇਸ਼ਰ ਪਰਿਪੂਰਨ ਰਹੇਗਾ। ਆਦ ਪੂਰਨ ਮਦ ਪੂਰਨ। ਇਸੇ ਪ੍ਰਕਾਰ ਛੇਵੇਂ ਅਰਥ ਵਿੱਚ ਆਦ ਵਿੱਚ ਸਰਵਣ ਕਰਨ ਵੇਲੇ ਵੀ ਪੂਰਨ ਪਰਮੇਸ਼ਰ ਨੂੰ ਸਮਝੋ। ਯਾਨੀ ਜਦ ਹੁਣ ਅਸੀਂ ਕਥਾ ਜਾਂ ਕੀਰਤਨ ਜਾਂ ਗੁਰਬਾਣੀ ਸਰਵਣ ਕਰ ਰਹੇ ਹਾਂ ਤੇ ਧਿਆਨ ਪਰਮਾਤਮਾ ਵੱਲ ਰੱਖੋ, ਕਿਉਂਕਿ ਇਹ ਜਿਹੜੀ ਕਥਾ ਹੈ ਅਕਥ ਦੀ ਕਥਾ ਹੈ, ਪ੍ਰਭੂ ਦੀ ਕਥਾ ਹੈ। ਜਿਹੜੀਆਂ ਅਸੀਂ ਗਿਆਨੀ ਦੀ ਕਿਤਾਬ ਦੇ ਵਿੱਚ ਆਪਾਂ ਨੂੰ ਪ੍ਰਭਾਤ ਗਿਆਨੀ ਗਾਈਡ ਲੱਗੀ ਸੀ, ਪਟਿਆਲਾ ਯੂਨੀਵਰਸਿਟੀ ਤੋਂ ਮੈਂ ਪੇਪਰ ਦਿੱਤੇ ਨੇ, ਉਹ 'ਚ ਗਿਆਨੀਆਂ ਵਾਲੀ ਗੱਲ ਕੋਈ ਨਹੀਂ ਵੈਸੇ ਮੈਨੂੰ ਲੱਭੀ। ਐਵੇਂ ਝੂਠ ਨਹੀਂ ਬੋਲਣਾ, ਨਿੰਦਿਆ ਵੀ ਕੋਈ ਨਹੀਂ। ਉਹ 'ਚ ਹੀਰ ਰਾਂਝੇ ਦੇ ਕਿੱਸੇ, ਲੈਲਾ ਮਜਨੂ ਦਾ ਕਿੱਸਾ, ਸੋਹਣੀ ਮਹੀਵਾਲ ਦੀਆਂ ਕਹਾਣੀਆਂ, ਸੱਸੀ ਪੁੰਨੂ ਦਾ ਕਿੱਸਾ, ਸਰਦਾਰ ਸੁਜਾਨ ਸਿੰਘ ਦੀਆਂ ਲਿਖੀਆਂ ਕਹਾਣੀਆਂ, ਪਤਾ ਨਹੀਂ ਮੈਂ ਕਿੰਨੇ ਰਜਿਸਟਰ ਪੜ੍ਹੇ। ਅਤੇ ਆਹ ਨਾਟਕ ਸੀਗੇ, ਇੱਕ ਨਾਮੀ ਪਾਤਸ਼ਾਹ ਦਾ ਸ਼ਹੀਦੀ ਦਾ ਨਾਟਕ ਵੀ ਸੀਗਾ, ਇੱਕ ਕਵਿਤਾ ਦਾ ਪੇਪਰ ਸੀਗਾ। ਕਵਿਤਾ 'ਚ ਚੰਡੀ ਦੀ ਵਾਰ ਅਤੇ ਚੱਠਿਆਂ ਦੀ ਵਾਰ। ਇਹਦੇ ਤੋਂ ਇਲਾਵਾ ਸਭ ਖੱਚ ਖਾਨਾ, ਕੋਈ ਮਤਲਬ ਦੀ ਗੱਲ ਨਹੀਂ। ਮੁੰਡੇ ਕੁੜੀਆਂ ਨੌਜਵਾਨ ਦੀ ਅਵਸਥਾ ਦੇ ਵਿੱਚ ਇਹੋ ਜਿਹੀਆਂ ਗੱਲਾਂ ਪੜ੍ਹ ਤੇ ਸੁਣ ਕੇ ਕਾਲਜਾਂ ਦੇ ਵਿੱਚ ਤਾਂਹੀਓ ਮਾਪੇ ਕਈਆਂ ਨੂੰ ਪੜ੍ਹਾਉਂਦੇ ਨਹੀਂ, ਉਹ ਵਿਗੜ ਜਾਂਦੇ ਨੇ। ਇਕੱਠੇ ਬਹਿ ਕੇ ਪੜ੍ਹਨਾ ਹੁੰਦਾ, ਤੇ ਇਸ ਵਾਸਤੇ ਉਹੋ ਜਿਹੀਆਂ ਗੱਲਾਂ ਤੇ ਕੋਈ ਗਿਆਨ ਧਿਆਨ ਵਾਲੀ ਬਾਤ ਹੀ ਨਹੀਂ ਹੈ। ਹਾਂ ਠੀਕ ਹੈ, 6ਵਾਂ ਪੇਪਰ ਪਿੰਗਲ ਦਾ ਸੀਗਾ, ਜਿਹ 'ਚ ਦੋਹਰੇ ਸ਼ਲੋਕ, ਸ਼ੀਰਫੀਆਂ, ਚੌਪਈ ਆਦਿਕ, ਛੰਦਾਬੰਦੀ ਦੇ ਨਿਯਮ, ਕਵਿਤਾ ਕਿਵੇਂ ਉਚਾਰਨੀ ਹੈ, ਉਹ ਸਾਰੀਆਂ ਲਗਾ ਮਾਤਰਾ, ਲਘੂ ਤੇ ਦੀਰਘ ਆਦਿਕ। ਤੇ ਬਾਕੀ ਜਿਹੜਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਹੈ, ਅੱਜ ਤੱਕ ਮੈਂ ਕਿਤੇ ਵੀ ਕਿਸੇ ਕਿਤਾਬ ਤੋਂ ਨਹੀਂ ਪੜ੍ਹਿਆ। ਥੋੜ੍ਹੇ ਦਿਨ ਹੋਏ ਇੱਥੋਂ 2-4 ਕਿਤਾਬਾਂ ਲੈ ਕੇ ਵੀ ਗਿਆ। MA BA ਦੇ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਵੀ ਕੱਖ ਨਹੀਂ ਹੈ। ਨਾਮ ਦੀ ਤਾਂ ਗੱਲ ਹੀ ਕੋਈ ਨਹੀਂ। ਪਲਾਸੀ ਦੀ ਲੜਾਈ ਹੋ ਗਈ ਤੇ ਟੀਪੂ ਸੁਲਤਾਨ ਹੋ ਗਿਆ, ਐਵੇਂ ਫਜ਼ੂਲ ਦੀਆਂ ਗੱਲਾਂ ਪੜ੍ਹਾਈਆਂ ਜਾਂਦੀਆਂ, ਐਵੇਂ ਸੰਨ ਸੁਣ ਉਹ ਕਿਵੇਂ ਹੋਇਆ ਕਿਵੇਂ ਹੋਇਆ। ਸੋ ਮਹਾਰਾਜਾ ਰਣਜੀਤ ਸਿੰਘ ਬਾਬਤ ਜਾਂ ਬਾਬਾ ਬੰਦਾ ਸਿੰਘ ਬਹਾਦਰ ਬਾਬਤ ਜਾਂ ਸਾਹਿਬਜ਼ਾਦਿਆਂ ਦਾ ਇਤਿਹਾਸ
ਜਾਂ ਸਿੱਖਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਮੁਸਲਮਾਨੀ ਹਕੂਮਤ ਦੀ ਨੱਕ ਵਿੱਚ ਦਮ ਕਰ ਛੱਡਿਆ, ਗੋਰਿਆਂ ਤੋਂ ਹਿੰਦੁਸਤਾਨ ਦਾ ਰਾਜ ਵਾਪਸ ਕਰਵਾਇਆ, ਉਹਨਾਂ ਦਾ ਇਤਿਹਾਸ ਬਹੁਤ ਘੱਟ ਮਿਲਦਾ ਹੈ। ਗੁਰਬਾਣੀ ਦਾ ਤਾਂ ਗਿਆਨ ਬਿਲਕੁਲ ਹੀ ਨਹੀਂ। ਆਨੰਦ ਸਾਹਿਬ ਦਾ ਪਾਠ ਸੀਗਾ 40 ਪੌੜੀਆਂ, ਉਹ ਵੀ ਬਹੁਤਾ ਵਿਆਖਿਆ ਨਹੀਂ ਸੀਗੀ। ਇਸ ਵਾਸਤੇ ਇਹ ਜਿਹੜੀ ਕਥਾ ਹੈ ਇਹਦੇ ਵਿੱਚ ਦੂਜੀ ਗੱਲ ਨਹੀਂ ਕੋਈ ਕਰੀ ਜਾਂਦੀ, ਕੇਵਲ ਪ੍ਰਭੂ ਦੀਆਂ ਬਾਤਾਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਭਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਕੋਈ ਉਦਾਹਰਨਾਂ ਦਿੱਤੀਆਂ ਨੇ ਲੈਲਾ ਮਜਨੂੰ ਦੀ ਜਾਂ ਸਸੀ ਪੁੰਨੂ ਦੀ, ਜਾਂ ਗੁਰੂ ਨੇ ਬਾਣੀ ਦੇ ਵਿੱਚ ਪਤੀ ਤੇ ਸਤੀ ਦਾ ਅਲੰਕਾਰ ਬਣਿਆ ਹੈ, ਉਹ ਧਿਆਨ ਕੇਵਲ ਵਾਹਿਗੁਰੂ ਵੱਲ ਕੇਂਦਰਿਤ ਕੀਤਾ ਹੈ। ਪ੍ਰਭੂ ਪਰਮਾਤਮਾ ਨੂੰ ਸਿੱਧ ਕੀਤਾ ਹੈ ਦੁਨਿਆਵੀ ਦ੍ਰਿਸ਼ਟਾਂਤ ਦੇ ਕੇ ਕਿ ਜਿਵੇਂ ਸਾਡੇ ਆਪਣੇ ਪਰਿਵਾਰ ਦੇ ਵਿੱਚ ਸੋ ਪ੍ਰੇਮ ਭਾਵ ਹੈ, ਉਸੇ ਪ੍ਰਕਾਰ ਹੀ ਜੀਵਾਤਮਾ ਦਾ ਪ੍ਰਭੂ ਦੇ ਨਾਲ ਪ੍ਰੇਮ ਸ਼ਰਧਾ ਤੇ ਮਿਲਾਪ ਹੋਣਾ ਚਾਹੀਦਾ ਹੈ। ਨਹੀਂ ਤਾਂ ਸਾਚੀ ਲਵੇ ਬੰਦੇ ਨਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ। ਸੋ ਕਥਾ ਦੇ ਵਿੱਚ ਕੋਈ ਸਾਖੀ ਜਾਂ ਕੋਈ ਸਟੋਰੀ ਜਾਂ ਕੋਈ ਕਹਾਣੀ ਸੁਣਾਈ ਵੀ ਜਾਂਦੀ ਹੈ, ਉਹ ਕੇਵਲ ਪਰਮਾਤਮਾ ਦੇ ਉੱਪਰ ਸ਼ਰਧਾ ਬਣਾਉਣ ਲਈ ਸੁਣਾਈ ਜਾਂਦੀ ਹੈ, ਜਾਂ ਇਤਿਹਾਸਕ ਪ੍ਰਸੰਗ ਹੁੰਦੇ ਨੇ। ਇਸ ਲਈ ਜਦੋਂ ਵੀ ਕਥਾ ਕੀਰਤਨ ਜਾਂ ਗੁਰਬਾਣੀ ਨੂੰ ਸੁਣੀਏ ਤਾਂ ਸਾਡਾ ਧਿਆਨ ਕਿਸੇ ਹੋਰ ਪਾਸੇ ਨਹੀਂ ਬਲਕਿ ਵਾਹਿਗੁਰੂ ਵਿੱਚ ਹੋਣਾ ਚਾਹੀਦਾ ਹੈ, ਕਿਉਂਕਿ ਬਾਣੀ ਦੀ ਸ਼ੁਭ ਆਰੰਭਤਾ ਆਦਿ ਦੇ ਵਿੱਚ ਇੱਕ ਓੰਕਾਰ ਤੋਂ ਹੋਈ ਹੈ। ਸੋ ਆਦਿ ਵਿੱਚ ਸਰਵਣ ਕਰਨ ਵੇਲੇ ਵੀ ਪੂਰਨ ਪਰਮੇਸ਼ਰ ਨੂੰ ਸਮਝੋ। ਵਿਚਕਾਰ ਭਾਵ ਜਦੋਂ ਮੰਨਣ ਕਰਨਾ ਹੈ ਤਾਂ ਗੁਰਬਾਣੀ ਦੇ ਵਿੱਚ ਇਹੀ ਮੰਨਣ ਕਰੋ ਕਿ ਇਹਦੇ 'ਚ ਪੂਰਨ ਪਰਮੇਸ਼ਰ ਦੀ ਵਿਆਖਿਆ ਹੈ। ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਹੀ ਸਮਝਣਾ ਕਰੋ। ਆਦ ਪੂਰਨ ਮਦ ਪੂਰਨ, ਆਦ ਦੇ ਵਿੱਚ ਸਰਵਣ ਵੇਲੇ ਵੀ ਵਾਹਿਗੁਰੂ ਨੂੰ ਸਮਝੋ, ਮਦ ਦੇ ਵਿੱਚ ਮੰਨਣ ਵੇਲੇ ਵੀ ਵਾਹਿਗੁਰੂ ਨੂੰ ਸਮਝੋ। ਅੰਤ ਪੂਰਨ ਪਰਮੇਸ਼ਰ ਹੈ, ਅਤੇ ਅੰਤ ਵਿੱਚ ਨਿਧਿਆਸਨ ਕਰਨ ਵੇਲੇ ਵੀ ਪੂਰਨ ਪਰਮੇਸ਼ਰ ਨੂੰ ਸਮਝੋ। ਯਾਨੀ ਜਦ ਕਮਾਈ ਕਰਨੀ ਹੈ ਤੇ ਵਾਹਿਗੁਰੂ ਦਾ ਧਿਆਨ ਹੋਣਾ ਚਾਹੀਦਾ ਹੈ, ਤਾਂ ਤੁਹਾਡੇ ਸਾਧਨ ਕੀਤੇ ਸਫਲੇ ਹੋਣਗੇ। ਇਸੇ ਪ੍ਰਕਾਰ ਸਤਿਗੁਰ ਸਰਵਣ ਕਰੋ ਜੀ। ਆਦ ਪੂਰਨ ਮਦ ਪੂਰਨ, ਬ੍ਰਹਮਾ ਦੇ ਆਦ ਵਿੱਚ ਵੀ ਪਰਮੇਸ਼ਰ ਪੂਰਨ ਸੀ। ਮੱਧ ਵਿੱਚ ਭਾਵ ਸ੍ਰਿਸ਼ਟੀ ਪੈਦਾ ਹੋਈ ਤੋਂ ਵਿਚਕਾਰ ਪਾਲਣਾ ਕਰਨ ਵਾਲੇ ਵਿਸ਼ਨੂੰ ਦੋਵੇਂ ਪਰਮੇਸ਼ਰ ਪਰਿਪੂਰਨ ਹੈ। ਇਹ ਤਾਂ ਕਨੌਕਰ ਨੇ, ਚਾਕਰ ਨੇ, ਇਹ ਕੋਈ ਪਾਲਣਾ ਪਰਮੇਸ਼ਰ ਨਹੀਂ ਹਨ। ਹਿੰਦੂ ਮੱਤ ਵਿੱਚ ਵਿਸ਼ਨੂੰ ਨੂੰ ਹੀ ਲੋਕ ਭਗਵਾਨ ਮੰਨਦੇ ਨੇ। ਠਾਕੁਰ ਦੁਆਰੇ ਬਣਾ ਕੇ ਵਿਸ਼ਨੂੰ ਦੇ ਉੱਪਰ ਕੱਚੀ ਲੱਸੀ ਦਾ ਇਸ਼ਨਾਨ ਕਰਾ ਕੇ ਫੁੱਲ ਚੜਾਉਂਦੇ, ਧੂਪ ਦਿਖਾਉਂਦੇ, ਉਹਨੂੰ ਹੀ ਭਗਵਾਨ ਮੰਨਦੇ ਨੇ। ਤੇ ਕਈਆਂ ਨੇ ਬ੍ਰਹਮਾ ਨੂੰ ਭਗਵਾਨ ਮੰਨਿਆ, ਕਈ ਸ਼ਿਵ ਜੀ ਦੇ ਸ਼ਿਵਲਿੰਗ ਦੀ ਪੂਜਾ ਕਰੀ ਜਾਂਦੇ ਨੇ। ਪਰ ਸਾਧ ਸੰਗਤ ਜੀ ਇਹ ਭਗਵਾਨ ਨਹੀਂ ਹਨ, ਇਹ ਭਗਵਾਨ ਦੇ ਕਰਿੰਦੇ ਹਨ, ਉਹਦੇ ਸੇਵਾਦਾਰ ਨੇ। ਸਮਝ ਲਓ ਕਿ ਅਫਸਰ ਨੇ ਇੱਕ ਨੂੰ ਸ੍ਰਿਸ਼ਟੀ ਪੈਦਾ ਕਰਨ ਦੀ ਡਿਊਟੀ ਦਿੱਤੀ ਹੈ, ਵਿਸ਼ਨੂੰ ਨੂੰ ਪਾਲਣਾ ਕਰਨ ਦੀ ਡਿਊਟੀ ਦਿੱਤੀ ਹੈ। ਇੰਜ ਮਹਾਰਾਜ ਫਰਮਾਉਂਦੇ ਨੇ, ਅੰਤ ਪੂਰਨ ਪਰਮੇਸ਼ਰ ਹੈ। ਬ੍ਰਹਮਾ ਦੇ ਆਦਿ ਵਿੱਚ ਵੀ ਪਰਮੇਸ਼ਰ ਪੂਰਨ ਸੀ। ਮੱਧ ਭਾਵ ਸ੍ਰਿਸ਼ਟੀ ਪੈਦਾ ਹੋਈ ਤੋਂ ਵਿਚਕਾਰ ਪਾਲਣਾ ਕਰਨ ਵਾਲੇ ਵਿਸ਼ਨੂੰ ਤੋਂ ਵੀ ਪਰਮੇਸ਼ਰ ਪੂਰਨ ਹੈ। ਅਤੇ ਅੰਤ ਵੇਲੇ ਸੰਘਾਰ ਕਰਨ ਵਾਲੇ ਸ਼ਿਵ ਜੀ ਆਦਿ ਦੇ ਅੰਤ ਤੋਂ ਬਾਅਦ ਵੀ ਪਰਮੇਸ਼ਰ ਪਰਿਪੂਰਨ ਰਹੇਗਾ। ਇਸੇ ਪ੍ਰਕਾਰ ਆਦ ਪੂਰਨ ਮਦ ਪੂਰਨ, ਅਗਿਆਨ ਦੇ ਆਦਿ ਵਿੱਚ ਵੀ ਪਰਮੇਸ਼ਰ ਪੂਰਨ ਸੀ।
ਵਿਚਕਾਰ ਮਾਇਆ ਦੇ ਮੋਹ ਆਦਿਕ ਵਿੱਚ ਵੀ ਪਰਮੇਸ਼ਰ ਪਰਿਪੂਰਨ ਹੈ। ਅੰਤ ਪੂਰਨ ਪਰਮੇਸ਼ਰ ਹੈ। ਅਤੇ ਸਾਰਿਆਂ ਦੀ ਪਰਲੋ ਤੋਂ ਬਾਅਦ ਵੀ ਪਰਮੇਸ਼ਰ ਪੂਰਨ ਹੀ ਰਹੇਗਾ। ਇਸੇ ਪ੍ਰਕਾਰ ਆਦ ਪੂਰਨ ਮਦ ਪੂਰਨ। ਆਦ ਵਿੱਚ ਪੂਰਨ ਪਰਮੇਸ਼ਰ ਦੀ ਹਿਰਦੇ ਵਿੱਚ ਸ਼ਰਧਾ ਧਾਰਨ ਕਰੋ। ਜਦ ਗੁਰਦੁਆਰੇ ਆਓ ਤੇ ਸ਼ਰਧਾ ਧਾਰ ਕੇ ਆਓ। ਇਹ ਨਾ ਵੇਖੋ ਕਿ ਇੱਥੇ ਕੀ ਹੋ ਰਿਹਾ ਹੈ, ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ। ਸ਼ਰਧਾ ਧਾਰ ਕੇ ਦਰਸ਼ਨ ਕਰੋ। ਮਹਾਂਪੁਰਖ ਜਦ ਵੀ ਸੱਚਖੰਡ ਹਜ਼ੂਰ ਸਾਹਿਬ ਨੂੰ ਰਵਾਨਾ ਹੁੰਦੇ ਤਾਂ ਪਹੁੰਚਣ ਤੋਂ ਪਹਿਲਾਂ ਸਿੰਘਾਂ ਨੂੰ ਸਮਝਾ ਦਿੰਦੇ ਕਿ ਗੁਰਮੁਖ ਪਿਆਰਿਓ, ਜਿਹੜੀ ਸ਼ਰਧਾ ਲੈ ਕੇ ਤੁਸੀਂ ਜਾ ਰਹੇ ਹੋ ਉੱਥੋਂ ਦੀ ਕਿਸੇ ਮਰਿਆਦਾ ਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕਿਸੇ ਕਰਨਾ। ਇਹ ਨਹੀਂ ਸੋਚਣਾ ਇੱਥੇ ਇੰਜ ਕਿਉਂ ਹੋ ਰਿਹਾ ਹੈ, ਇੰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਜ਼ਰੂਰੀ ਨਹੀਂ ਵੀ ਸਾਡੀ ਗੱਲ ਹਰੇਕ ਥਾਂ ਤੇ ਮੰਨੀ ਜਾਏ। ਸਾਡੀ ਗੱਲ ਸਾਡੇ ਟੱਬਰ 'ਚ ਨਹੀਂ ਕੋਈ ਮੰਨਦਾ। ਕੋਈ ਮੰਨਦਾ ਦੱਸੋ? ਕੋਈ ਨਹੀਂ ਮੰਨਦਾ। ਫਿਰ ਗੁਰਦੁਆਰੇ ਤਾਂ ਸਾਧ ਸੰਗਤ ਦਾ ਸਥਾਨ ਹੈ। ਇੱਥੇ ਸਾਡੀ ਗੱਲ ਨਹੀਂ, ਇੱਥੇ ਗੁਰੂ ਦੀ ਮਰਿਆਦਾ ਮੰਨੀ ਜਾਏਗੀ। ਤੇ ਜੋ ਸੀਨੇ ਪਸੀਨੇ ਤੋਂ ਸ਼ੁਰੂ ਤੋਂ ਚੱਲੀ ਆ ਰਹੀ ਹੈ, ਕਈ ਵਾਰ ਪਰੰਪਰਾ ਵੀ ਚੱਲੀ ਆਉਂਦੀ ਹੈ। तो जिथे कोई परंपरा चली आवे ਉਹਦੇ ਵਿੱਚ ਵੇਖ ਕੇ ਕਿੰਤੂ ਪ੍ਰੰਤੂ ਕਰਨਾ ਕੋਈ ਸਿਆਣਪ ਦੀ ਬਾਤ ਨਹੀਂ ਹੁੰਦੀ। ਸ੍ਰੀ ਅਕਾਲ ਤਖਤ ਸਾਹਿਬ ਤੇ ਰਾਗਮਾਲਾ ਨਹੀਂ ਸੀ ਪੜ੍ਹੀ ਜਾਂਦੀ। ਇੱਕ ਵਾਰ ਸਿੰਘ ਨੇ ਪੜ੍ਹ ਦਿੱਤੀ ਤੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਧੰਡਾ ਵਾਲਿਆਂ ਨੇ ਉਹਨੂੰ ਟੋਕਿਆ, ਭਈ ਤੂੰ ਇੱਥੋਂ ਦੀ ਮਰਿਆਦਾ ਵਿੱਚ ਫਰਕ ਕਿਉਂ ਪਾਇਆ ਹੈ? ਉਹ ਤਾਂ ਫਿਰ ਲੜਾਈ ਦਾ ਮਸਲਾ ਹੋ ਗਿਆ। ਜਿੱਥੇ ਜੋ ਵੀ ਕੁਝ ਹੋ ਰਿਹਾ ਹੈ, ਕੋਈ ਬੁਲਾਉਣ ਦਾ ਆਇਆ ਨਹੀਂ ਸਾਨੂੰ ਘਰੋਂ, ਤੇ ਨਾ ਹੀ ਕਿਸੇ ਨੂੰ ਸਾਡੀ ਲੋੜ ਹੈ। ਅਸੀਂ ਆਪਣੀ ਮਰਜ਼ੀ ਦੇ ਨਾਲ ਸ਼ਰਧਾ ਭਾਵਨਾ ਸਹਿਤ ਨਮਸਕਾਰ ਕਰਨ ਆਏ ਹਾਂ। ਸੋ ਪਹਿਲੀ ਗੱਲ ਤਾਂ ਆਉਣਾ ਨਹੀਂ ਚਾਹੀਦਾ। ਜੇ ਆਏ ਹਾਂ ਤਾਂ ਜਿਹੜੀ ਸ਼ਰਧਾ ਜਾਂ ਪਿਆਰ ਲੈ ਕੇ ਆਏ ਹਾਂ, ਉਸੇ ਹੀ ਪਿਆਰ ਨੂੰ ਹਿਰਦੇ 'ਚ ਧਾਰਨ ਕਰਕੇ ਘੜੀ ਘੰਟਾ ਬੈਠ ਕੇ ਆਪਣੇ ਘਰ ਨੂੰ ਤੁਰ ਜਾਣਾ ਚਾਹੀਦਾ। ਬਹੁਤਾ ਸਮਾਂ ਧਾਰਮਿਕ ਸਥਾਨ 'ਤੇ ਰਹਿਣ ਤੋਂ ਗਲਤੀਆਂ ਨੋਟ ਹੋ ਜਾਂਦੀਆਂ ਨੇ। ਉਹ ਮਨ ਦੀ ਸ਼ਰਧਾ ਟੁੱਟ ਜਾਂਦੀ ਹੈ, ਪ੍ਰੇਮ ਘਟ ਜਾਂਦਾ, ਮੈਨੂੰ ਮਾਫ ਕਰਨਾ ਜੇ ਮੈਂ ਗਲਤ ਨਾ ਸੋਚਦਾ ਹੋਵਾਂ। ਸੋ ਲੰਬਾ ਸਮਾਂ ਰਹਿਣ ਤੋਂ ਉਹੋ ਜਿਹਾ ਪ੍ਰੇਮ ਨਹੀਂ ਰਹਿੰਦਾ, ਉਹੋ ਜਿਹੀ ਸ਼ਰਧਾ ਨਹੀਂ ਰਹਿੰਦੀ। ਜਿਸ ਦਿਨ ਅਸੀਂ ਪਹਿਲੇ ਦਿਨ ਗੁਰਦੁਆਰੇ ਆਏ ਸੀ, ਇੰਜ ਜਾਪਦਾ ਸੀ ਵੀ ਜਾਂਦਿਆਂ ਹੀ ਸਾਨੂੰ ਮਹਾਰਾਜ ਨੇ ਮਿਲ ਪੈਣਾ ਹੈ। ਆਪਾਂ ਫਤਿਹ ਬੁਲਾਵਾਂਗੇ, ਮਹਾਰਾਜ ਨਾਲ ਗੱਲਾਂ ਕਰਾਂਗੇ। ਤੇ ਹੁਣ ਰਹਿ ਕੇ ਇੰਨਾ ਮੱਚ ਮਰ ਗਿਆ ਵੀ ਅਗਲੇ ਜਨਮ 'ਚ ਵੀ ਆਸ ਮੁੱਕ ਗਈ। ਆਹ ਜਨਮ ਦੀ ਤਾਂ ਆਸ ਰਹੀ ਹੋਈ ਨਹੀਂ ਵੀ ਅਗਲੇ ਜਨਮ 'ਚ ਵੀ ਪਤਾ ਨਹੀਂ ਰੱਬ ਮਿਲੂ ਜਾਂ ਨਹੀਂ ਮਿਲੂਗਾ, ਕਿਉਂਕਿ ਉਹ ਸ਼ਰਧਾ ਜਾਂ ਪਿਆਰ ਰਿਹਾ ਹੀ ਨਹੀਂ ਹੈ। ਤੇ ਇਸ ਵਾਸਤੇ ਧੰਨੇ ਨੇ ਵੇਖੋ ਖੂਹ ਦੇ ਉੱਪਰ ਹੀ ਰੱਬ ਦੇ ਨਾਮ 'ਤੇ ਭਰੋਸਾ ਕੀਤਾ ਕਿ ਉਹਨੇ ਖੂਹ 'ਤੇ ਮੱਝਾਂ ਡੰਗਰਾਂ ਦੇ ਵਿੱਚ ਹੀ ਰੱਬ ਨੂੰ ਪਾ ਲਿਆ ਸੀਗਾ। ਤੇ ਜੇ ਗੁਰੂ ਘਰ 'ਤੇ ਸ਼ਰਧਾ ਰੱਖਾਂਗੇ ਕਿ ਉਹਨਾਂ ਬੇੜੇ ਪਾਰ ਹੋਣਗੇ, ਜਿੱਥੋਂ ਦੀ ਜੋ ਵੀ ਮਰਿਆਦਾ ਹੈ ਉਹਨੂੰ ਸੀਸ ਝੁਕਾਈਏ। ਕੇਵਲ ਇਹੀ ਵੇਖਣਾ ਚਾਹੀਦਾ ਕਿ ਵੇਖੋ ਕਿੰਨੇ ਪਿਆਰ ਨਾਲ ਸੱਚਖੰਡ ਹਜ਼ੂਰ ਸਾਹਿਬ ਵਾਲੇ ਪ੍ਰੇਮੀ ਸ਼ਸਤਰਾਂ ਦੀ ਪੂਜਾ ਕਰਦੇ ਨੇ, ਜੋਤ ਜਗਾਉਂਦੇ ਨੇ, ਆਰਤੀ ਕਰਦੇ ਨੇ, ਕਿਆ ਸੋਹਣੇ ਸ਼ਬਦ ਪੜ੍ਹਦੇ ਨੇ। ਗੰਗਾ ਗੋਦਾਵਰੀ ਤੋਂ ਜਲ ਲਿਆ ਕੇ ਖੜਾ ਸਾਹਿਬ ਦਾ 2:30-3 ਵਜੇ ਇਸ਼ਨਾਨ ਕਰਾਉਂਦੇ ਨੇ। ਕਿੰਨੀ ਵਾਰ ਸਿੰਘ ਸਾਹਿਬ ਕੇਸੀ ਇਸ਼ਨਾਨ ਕਰਕੇ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਇਹ ਗੁਣ ਵੇਖੀਏ ਤਾਂ ਚੜ੍ਹਦੀ ਕਲਾ ਹੋਵੇਗੀ। ਇਸ ਵਾਸਤੇ ਮਹਾਰਾਜ ਦੇ ਦਰਸ਼ਨ ਹੀ ਸਾਨੂੰ ਕਰਨੇ ਚਾਹੀਦੇ ਨੇ। ਸੋ ਬਾਣੀ ਦੇ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਬੁਰਿਆਂ ਦੇ ਵਿੱਚ ਵੀ ਵਾਹਿਗੁਰੂ ਨੂੰ ਵੇਖੋ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਭਾਅ ਸੀਗਾ, ਕਹਿੰਦੇ ਬੁਰਿਆਂ ਨਾਲ ਬੁਰਿਆਈ ਕਰਨੀ, ਮੁਆਫ ਕਰਨ ਗਈ ਸਿਆਣੇ, ਤੇ ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਸਤਿਗੁਰੂ ਨੇ ਤਾਂ ਬੁਰਿਆਂ ਵਿੱਚ ਵੀ ਪਰਮੇਸ਼ਰ ਵੇਖ ਕੇ ਤੇ ਉਹਨਾਂ ਦਾ ਵੀ ਭਲਾ ਕੀਤਾ। ਤੇ ਸਾਧ ਸੰਗਤ ਹੈ ਹੀ ਵਾਹਿਗੁਰੂ ਅਕਾਲ ਪੁਰਖ ਦਾ ਸਰੂਪ ਹੈ।
ਉਹ ਸਭ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ। ਜਿੱਥੇ ਵੀ ਤੁਸੀਂ ਜਾਓ, ਮੈਂ ਤਾਂ ਕੋਈ ਵੀ ਹੋਵੇ 50-100 ਰੁਪਈਆ ਰੱਖ ਕੇ ਉਹਦੇ ਪੈਰਾਂ 'ਚ ਗੋਡੀਆਂ ਹੱਥ ਲਾ ਕੇ ਮੱਥਾ ਜ਼ਰੂਰ ਟੇਕੀਦਾ, ਜਾਂ ਫਿਰ ਜਾਓ ਨਾ, ਜਾਂ ਫਿਰ ਅਗਲੇ ਨੂੰ ਫਤਿਹ ਬੁਲਾਓ, ਨਮਸਕਾਰ ਕਰੋ ਅਤੇ ਉਹ ਚਾਰ ਪ੍ਰੇਮ ਭਾਵ ਦੇ ਬਚਨ ਕਰੋ, ਤਾਂ ਹੀ ਕੁਛ ਪ੍ਰਾਪਤ ਹੋਊਗਾ। ਜੇ ਮੂੰਹ ਚੁੱਕ ਕੇ ਵਹਿੰਦੇ ਰਹੇ, ਸਤਿ ਸ੍ਰੀ ਅਕਾਲ ਵੀ ਨਾ ਬੁਲਾਈ, ਅਗਲਾ ਸੋਚੂ ਕਿ ਚੰਗਾ ਮੂਰਖ ਹੈ, ਪੜ੍ਹਿਆ ਲਿਖਿਆ, ਤੈਨੂੰ ਬੈਠਣ ਦਾ ਬੋਲਣ ਦਾ ਵੀ ਤਰੀਕਾ ਨਹੀਂ ਹੈ। ਉਹ ਕਹਿਣ ਤੋਂ ਭਾਵ ਇਹ ਹੈ ਕਿ ਰੱਬ ਨੂੰ ਮਿਲਣ ਜਦ ਤੁਰੀਏ ਆਪਣੇ ਘਰ ਵਿੱਚੋਂ ਅਤੇ ਸ਼ਰਧਾ ਲੈ ਕੇ ਤੁਰੀਏ, ਅਤੇ ਜਦ ਬੈਠੀਏ ਮੱਧ ਦੇ ਵਿੱਚ ਸ਼ਰਵਣ ਕਰੀਏ, ਮੰਨਣ ਕਰੀਏ, ਨਿਧਿਆਸਨ ਕਰੀਏ, ਤਾਂ ਵੀ ਪੂਰਨ ਪਰਮੇਸ਼ਰ ਦੇ ਉੱਪਰ ਹੀ ਸ਼ਰਧਾ ਰੱਖੀਏ, ਉਹਨੂੰ ਹਾਜ਼ਰ ਨਾਜ਼ਰ ਸਮਝਣਾ ਕਰੀਏ। ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ। ਅੰਤ ਪੂਰਨ ਪਰਮੇਸ਼ਰ ਹੈ, ਅਤੇ ਅੰਤ ਵਿੱਚ ਉਸ ਪਰਮੇਸ਼ਰ ਦੇ ਗਿਆਨ ਦੇ ਵਿੱਚ ਅਸਥਿਤ ਹੋਈਏ ਕਿ ਪਰਮੇਸ਼ਰ ਸਾਰੇ ਪਰਿਪੂਰਨ ਹੈ। ਡਿਠੇ ਸਭੇ ਥਾਪ ਨਹੀਂ ਤੁਧ ਜਿਹੇ। ਇਹ ਜਿਹੜੀ ਪੰਕਤੀ ਹੈ ਕੇਵਲ ਤੇ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਰਾਤ ਦੇ 12 ਵਜੇ ਤੋਂ ਬਾਅਦ ਧੁਆਈ ਸੇਵਾ ਕਰਨ ਵਾਲੇ ਪ੍ਰੇਮੀਆਂ ਦੀ ਜਦ ਲੈਣ ਲੱਗਦੀ ਹੈ, ਦਰਸ਼ਨੀ ਜੋੜੀ ਤੋਂ ਬਾਰੀ ਖੁੱਲ੍ਹ ਕੇ ਸੇਵਾਦਾਰ ਇਕੱਲੇ ਇਕੱਲੇ ਨੂੰ ਵੇਖ ਕੇ ਅੰਦਰ ਭੇਜਦਾ ਹੈ। ਉਹ ਬਕਾਇਦਾ ਪਾਸਪੋਰਟ ਬਣੇ ਹੋਏ ਨੇ, ਆਇਡੈਂਟੀ ਕਾਰਡ ਬਣੇ ਹੋਏ ਨੇ, ਫੋਟੋ ਦੇ ਨਾਲ ਮੋਹਰ ਲੱਗੀ ਹੋਈ ਹੈ ਪ੍ਰਬੰਧਕ ਕਮੇਟੀ ਦੇ ਮੈਨੇਜਰ ਦੀ। ਔਰ ਮੇਰੇ ਪਾਸ ਅਜੇ ਵੀ ਹੈ, 2007 'ਚ ਮੈਂ ਇੱਥੇ ਆਇਆ ਸੀਗਾ, 2006 ਦੀ ਹੈ ਮੇਰੇ ਕੋਲ ਮੋਹਰ। ਉਹ ਅਜੇ ਮੈਂ ਕਈ ਵਾਰ ਪੜ੍ਹਦਾ ਹੁੰਦਾ, ਉਹਦੇ 'ਤੇ ਲਿਖਿਆ ਬਕਾਇਦਾ ਕਿ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜੋ ਸੱਚਖੰਡ ਹਰਿਮੰਦਰ ਸਾਹਿਬ ਦੀ ਮਰਿਆਦਾ ਹੈ ਇਸ ਦਾ ਪਾਲਣ ਕਰਨ, ਇਸ ਮਰਿਆਦਾ ਦੇ ਵਿੱਚ ਰਹਿ ਕੇ ਸੇਵਾ ਨਿਭਾਉਣ, ਇੱਕ ਦੂਜੇ ਦੇ ਕੰਮ ਦੇ ਵਿੱਚ ਦਖਲ ਨਾ ਦੇਣ, ਬੋਲ ਬਲਈਆ ਨਾ ਕਰਨ, ਲੜਾਈ ਝਗੜਾ ਕਲੇ ਕਲੇਸ਼ ਤੋਂ ਗੁਰੇਜ਼ ਕਰਨ, ਅਤੇ ਚੁੱਪਚਾਪ ਜਿਹੜੀ ਸੇਵਾ ਪ੍ਰਾਪਤ ਹੋਵੇ ਉਹ ਸੇਵਾ ਨੂੰ ਲਗਨ ਦੇ ਨਾਲ ਨਿਭਾਉਣ, ਦਖਲ ਨਾ ਦੇਣ ਪ੍ਰਬੰਧ ਦੇ ਵਿੱਚ। ਇੱਕ ਜਾਂ ਦੋ ਪ੍ਰਬੰਧਕ ਵੀ ਉੱਥੇ ਹੁੰਦੇ ਨੇ। ਸੋ ਇਸ ਵਾਸਤੇ ਜਿਵੇਂ ਵੀ ਕਿਸੇ ਸਥਾਨ ਦਾ ਪ੍ਰਬੰਧ ਹੈ ਉਹਦੇ ਵਿੱਚ ਸ਼ਰਧਾ ਭਾਵਨਾ ਦਾ ਇਜ਼ਹਾਰ ਕਰਦਿਆਂ ਸੇਵਾ ਨਿਭਾਈ ਜਾਏ ਤਾਂ ਫਿਰ ਹੀ ਕੁਛ ਲੈ ਕੇ ਆਪਾਂ ਘਰ ਨੂੰ ਮੁੜ ਸਕਦੇ ਹਾਂ। ਅਤੇ ਜੇ ਸ਼ਰਧਾ ਭਾਵਨਾ ਨਾ ਹੋਵੇ ਤਾਂ ਅੰਤ ਨੂੰ ਖੇਹ ਖਰਾਬੀ ਹੁੰਦੀ ਹੈ। ਇਸ ਵਾਸਤੇ ਮਨ ਦਾ ਟਿਕਾਓ ਖਤਮ ਹੋ ਜਾਂਦਾ ਹੈ। ਇਉਂ ਆਦ ਵਿੱਚ ਜਾਣ ਲੱਗਿਆਂ ਵੀ ਸ਼ਰਧਾ ਰੱਖੋ, ਵਿਚਕਾਰਲੇ ਸਮੇਂ ਇਸ਼ਨਾਨ ਪਾਠ ਕਰਦਿਆਂ, ਬਾਣੀ ਦਾ ਪਾਠ ਕਥਾ ਕੀਰਤਨ ਸੁਣਦਿਆਂ ਕਰਦਿਆਂ, ਗੁਰੂ ਘਰ ਵਿੱਚ ਹਾਜ਼ਰੀ ਭਰਦਿਆਂ, ਸੇਵਾ ਨਿਭਾਉਂਦਿਆਂ ਵੀ ਸ਼ਰਧਾ ਰੱਖੋ, ਅਤੇ ਜਾਂਦੀ ਬਾਕੀ ਵੀ ਸਰੋਪਾ ਲੈ ਕੇ ਜਾਓ। ਇਹ ਨਾ ਹੋਵੇ ਵੀ ਝਗੜ ਕੇ ਲੜ ਕੇ ਮੁੜਕੋ ਮੁੜਕੀ ਅਤੇ ਤੂੰ ਕੌਣ ਅਤੇ ਮੈਂ ਕੌਣ ਹੈ ਅਤੇ ਉਹਦੇ ਨਾਲ ਮਨ ਫਿੱਕਾ ਹੋ ਜਾਂਦਾ। ਸਭ ਕੁਛ ਕੀਤੀ ਕਰਾਈ ਖਤਮ ਹੋ ਜਾਂਦੀ ਹੈ। ਤੀਰਥ ਬਤ ਅਰਦਾਨ ਕਰ ਮਨ ਮੈਂ ਧਰੈ ਕੁਮਾਰ, ਨਾਨਕ ਨੇ ਫੁੱਲ ਜਾਤ ਤੇ ਜਿਉਂ ਪਹੁੰਚਰ ਇਸ ਨਾਰ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸਟੀਏ ਮੋਹਿ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਰਹਿ ਸਜਾਏ। ਉਹ ਅੰਤ ਵਿੱਚ ਵੀ ਪਰਮੇਸ਼ਰ ਦੇ ਗਿਆਨ 'ਚ ਅਸਥਿਤ ਹੋ ਕੇ ਆਪਣੇ ਘਰ ਨੂੰ ਗਿਆਨ ਲੈ ਕੇ ਜਾਵੋ, ਜਾਂ ਅੰਤ ਵਿੱਚ ਪੂਰਨ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਕੇ ਉਹਦੇ ਵਿੱਚ ਸਥਿਤ ਹੋਵੋ। ਜਿਵੇਂ ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਬਰ ਨ ਕੋਈ। ਆਦ ਅੰਤ ਮਦ ਪ੍ਰਭ ਸੋਈ, ਆਪੇ ਕਰਤਾ ਹਰੀ ਸੋਈ। ਸੋ ਜਿਵੇਂ ਸਾਮਵੇਦੀ ਛੰਦੋਕ ਉਪਨਿਸ਼ਦ ਦੇ 6ਵੇਂ ਅਧਿਆਏ ਵਿੱਚ ਉਦਿਆਲਕ ਲਿਖੀ ਨੇ, ਆਪਣੇ ਪੁੱਤਰ ਸਵੇਤਕੇਤੂ ਦੇ ਪ੍ਰਸ਼ਨ ਅਨੁਸਾਰ ਤਤੁਮ ਮਸੀਹ ਮਹਾਵਾਕ ਦਾ ਉਪਦੇਸ਼ ਦਿੰਦਿਆਂ ਹੋਇਆ ਸਰਵਣ ਦੇ 6 ਅੰਗ ਕਥਨ ਕੀਤੇ ਹਨ। ਉਪਕਰਮ ਉਪਸੰਹਾਰ ਦੀ ਰੀਤੀ,
ਅਨੁਸਾਰ ਸਰਵਣ ਕਰਨਾ। ਭਾਵ ਜੋ ਪ੍ਰਸੰਗ ਆਦਿ ਵਿੱਚ ਆਰੰਭ ਹੋਵੇ ਉਸੇ ਪ੍ਰਸੰਗ ਦੇ ਅੰਤ ਨੂੰ ਸਮਾਪਤੀ ਕਰਨੀ। दूसरा अभ्यास, वार वार पढ़ने ਨੂੰ अभ्यास ਕਹਿੰਦੇ ਨੇ। ਤੀਜਾ ਅਪੂਰਵਤਾ, ਅਲੌਕਿਕਤਾ ਨੂੰ ਅਪੂਰਵਤਾ ਕਹਿੰਦੇ ਹਨ। ਚੌਥਾ ਹੈ ਫਲ, ਮੋਖ ਦੀ ਪ੍ਰਾਪਤੀ ਨੂੰ ਫਲ ਆਉਂਦੇ ਨੇ। ਪੰਜਵਾਂ ਅਰਥਵਾਦ, ਉਸ ਸਥਿਤੀ ਨੂੰ ਅਰਥਵਾਦ ਕਹਿੰਦੇ ਨੇ। ਛੇਵਾਂ ਹੈ ਉਪਮਤੀ, ਅਨੁਕੂਲ ਦ੍ਰਿਸ਼ਟਾਂਤ ਨੂੰ ਉਪਮਤੀ ਆਉਂਦੇ ਨੇ। ਇਸੇ ਪ੍ਰਕਾਰ ਸਰਵਣ ਦੇ ਘੱਟ ਅੰਗਾਂ ਦੇ ਵਿੱਚੋਂ ਸੰਪੂਰਨ ਬਾਣੀ ਵਿੱਚ ਪਹਿਲੇ ਉਪਕਰਮ ਉਪਸੰਹਾਰ ਦੀ ਰੀਤ ਇਸ ਤਰ੍ਹਾਂ ਵੀ ਹੈ ਕਿ ਸਤਿਗੁਰੂ ਜੀ ਨੇ ਸੱਸਾ ਅੱਖਰ ਤੋਂ ਬਾਣੀ ਦੀ ਆਰੰਭਤਾ ਕੀਤੀ ਹੈ। ਇੱਕ ਓੰਕਾਰ ਤਾਂ ਮੰਗਲ ਹੋ ਗਿਆ, ਇੱਕ ਓੰਕਾਰ ਮੰਗਲ ਹੈ। ਬਾਣੀ ਦੀ ਆਰੰਭਤਾ ਸੱਸੇ ਤੋਂ ਹੀ ਹੁੰਦੀ ਹੈ, ਸਤਿਨਾਮ ਤੋਂ ਹੀ। ਸੋ ਸੱਸਾ ਅੱਖਰ ਪਹਿਲਾਂ ਆ ਗਿਆ ਤੇ ਇੱਕ ਓੰਕਾਰ ਮੰਗਲ ਰੂਪ ਹੋ ਗਿਆ ਤੇ ਸਤਿਨਾਮ ਅੱਖਰ ਤੋਂ ਆਰੰਭ ਹੋ ਗਈ ਬਾਣੀ। ਤੇ ਆ ਜਿੱਥੇ ਮੱਧ ਲੱਗਾ ਹੈ ਸਾਧ ਸੰਗਤ ਜੀਓ, ਮੱਧ ਤੋਂ ਪਿਛਲੇ ਪੰਕਤੀ ਆਈ ਹੈ, ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰਿ ਨਾਮ ਭੋਜਨ ਖਾਇਆ। ਇਹਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਦਾ ਕਥਨ ਹੈ। ਤੇ ਜੈ ਸ੍ਰੀ ਮਹੱਲਾ ਪੰਜਵਾਂ, ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਲੋਕ। ਸੋ ਸਲੋਕ ਦੇ ਮੱਧ ਹੈ ਆਦਿ ਪੂਰਨ ਮੱਧ ਪੂਰਨ ਸੱਸਾ, ਤੇ ਫਿਰ ਸਮਾਪਤੀ ਤੇ 18 10 20 ਸ, ਉੱਥੇ ਵੀ ਸੱਸੇ ਦੀ ਸਮਾਪਤੀ ਹੈ। ਇਉਂ ਸੱਸਾ ਅੱਖਰ ਸਤ ਪਾਕ ਪਰਮੇਸ਼ਰ ਦਾ ਵਾਚਕ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਆਦ ਪੂਰਨ ਮਦ ਪੂਰਨ ਪੂਰਨ ਪਰਮੇਸ਼ਰ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹਨਾਂ ਦੇ ਆਦਿ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਪਰਿਪੂਰਨ ਹੈ। ਸਤਨਾਮ, ਸਤਨਾਮ ਤੇਰਾ ਪਰਾਪੁਰ ਬੁਲਾ। ਇੱਕ ਓੰਕਾਰ ਮੰਗਲ ਹੈ ਤੇ ਉਹਦੇ ਤੋਂ ਬਾਅਦ ਨਾਮ ਤੋਂ ਹੀ ਬਾਣੀ ਆਰੰਭ ਹੋਈ ਹੈ। ਇਹ ਨਾਮ ਸਤ ਹੈ। ਇੱਥੇ ਮੱਧ ਦੇ ਵਿੱਚ ਵੀ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰਿ ਨਾਮ ਭੋਜਨ ਖਾਇਆ, ਨਾਮ ਭੋਜਨ ਤੇ ਮੱਧ ਲੱਗਾ ਹੈ। ਤੇ ਸਮਾਪਤੀ ਤੇ ਵੀ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਜੀਵੇ ਹਰਿਆ, ਨਾਮ ਤੇ ਹੀ ਸਮਾਪਤੀ ਹੋਈ ਹੈ। ਸੋ ਇਉਂ ਸਤਨਾਮ ਤੋਂ ਪ੍ਰਾਰੰਭਤਾ ਸੱਸੇ ਅੱਖਰ ਤੋਂ ਤੇ 18 10 20 ਦੀ ਸਮਾਪਤੀ ਤੇ ਆਦਿ ਮੱਧ ਅੰਤ ਦੇ ਵਿੱਚ ਨਾਮ ਦਾ ਹੀ ਕਥਨ ਕੀਤਾ ਗਿਆ ਹੈ। ਇਹ ਮਹਾਰਾਜ ਫਰਮਾਨ ਕਰਦੇ ਨੇ, ਸੰਤਾ ਸਰਵਤਰ ਰਮਣੰ। ਸਤਿਗੁਰੂ ਜੀ ਪਾਤਸ਼ਾਹ ਕਥਨ ਕਰਦੇ ਹਨ ਕਿ ਜਿਹੜੇ ਸੰਤ ਹਨ ਉਹ ਸਾਰੇ ਸੰਸਾਰ ਦੇ ਵਿੱਚ ਵਾਹਿਗੁਰੂ ਰਮਿਆ ਹੋਇਆ ਜਾਣਗੇ। ਸ਼ਾਂਤ ਆਤਮਾ ਵਾਲੇ ਮਹਾਤਮਾ ਜਨ ਉਸ ਪਰਮੇਸ਼ਰ ਦਾ ਮਨ ਪਾਣੀ ਸਰੀਰ ਕਰਕੇ ਸਿਮਰਨ ਕਰਦੇ ਹਨ। ਨਾਨਕ ਅਗਨਾਸਨ ਜਗਦੀਸ਼ਵਰ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਅਗ ਪਾਪਾਂ ਦੇ ਨਾਸ਼ ਕਰਨ ਵਾਲਾ ਜਿਹੜਾ ਜਗਤ ਦਾ ਈਸ਼ਰ ਪਰਮੇਸ਼ਰ ਹੈ। ਈਸ਼ਰ ਪੰਜ ਮੰਨੇ ਨੇ, ਜਿਹਦੇ ਵਿੱਚ ਸ਼ਿਵ ਜੀ ਵੀ ਹੈ, ਦੇਵੀ ਵੀ ਹੈ, ਗਣੇਸ਼ ਨੂੰ ਵੀ ਈਸ਼ਰ ਮੰਨਦੇ ਨੇ। ਸਾਰਿਆਂ ਤੋਂ ਪਰਮ ਵੱਡਾ ਈਸ਼ਰ ਕੌਣ ਹੈ? ਵਾਹਿਗੁਰੂ ਪਰਮੇਸ਼ਰ ਹੈ, ਜਗਦੀਸ਼ਵਰ ਹੈ। ਸੋ ਐਸਾ ਜਿਹੜਾ ਈਸ਼ਰ ਪਰਮੇਸ਼ਰ ਹੈ ਉਹਨੂੰ ਸਾਰੇ ਰਮਿਆ ਹੋਇਆ ਜਾਣ ਕੇ ਸ਼ਾਂਤ ਆਤਮਾ ਵਾਲੇ ਸੰਤ ਮਨ ਬਣੀ ਸਰੀਰ ਕਰਕੇ ਉਸ ਦਾ ਸਿਮਰਨ ਕਰਦੇ। ਜਾਂ ਸਰਬੱਤਰ ਸਾਰੀ ਗੁਰਬਾਣੀ ਵਿੱਚ ਅਗ ਪਾਪਾਂ ਦੇ ਨਾਸ਼ ਕਰਨ ਵਾਲੇ ਪਰਮੇਸ਼ਰ ਦਾ ਨਾਮ ਰਮਿਆ ਹੋਇਆ ਜਾਣ ਕੇ ਸ਼ਾਂਤ ਆਤਮਾ ਵਾਲੇ ਮਹਾਤਮਾ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅੱਠੇ ਪੈਰ ਸਿਮਰਦੇ ਨੇ। ਅੱਜ ਕੱਲ੍ਹ ਜਿਹੜੇ ਦੇਹਧਾਰੀ ਗੁਰੂ ਹਨ ਉਹ ਇਹ ਪ੍ਰਚਾਰ ਕਰਦੇ ਨੇ, ਅਖੇ ਜੀ
श्री गुरु ग्रंथ साहिब जी गुरु नहीं हो सकते क्योंकि बोलते नहीं हैं, बाणी की कथा करते हैं, कीर्तन भी बाणी का करते हैं, नामधारी का सोहना कीर्तन करते हैं, बड़ी 25 स्वर के बंदे में बन के बिठा देंगे। राधा स्वामी की मैं कथा सुनी है, कपाट खोल देंगे ते पर उत्थे आके साध संगत जी वो लस्सी बना देंगे। जब कह देंगे भी जोड़ा ज्ञान है ये गुरु तो मिलता है, तो जोड़ा गुरु है वो बोलने वाले का नाम है। जिमें दसे पातशाहियां देह दे विच होके वरते, बाणी तो कहते उदों भी सीगी पर उदों कोई गुरु ग्रंथ साहब नूं गुरु थोड़ी मनता सीगा, देह गुरुआं तो बाणी सुनते सीगे। तो इसलिए जोड़ा सुनाता है उपदेश वो गुरु है। उत्थे सारा पानी बना देंगे, कच्ची लस्सी तो भी गां वधा देंगे। तो इंज कई संगतां धोखा खा जांदियां ने, बड़ी रसना मिठी हुंदी है, ज्ञान बड़ा कमाल दा हुंदा है। सानू तो संतां ने महापुरखों ने समझाता कोई हंकार वाली गल नहीं है। आप तो किसी के मगर लगते नहीं, सीधी जी गल है। बंदा भुखा मर जाए, गुरुद्वारे धक्के पैण माफ करना, इतने सब कुछ है, सुख है, शांति है, सब कुछ है। पर मन लो जे गुर झिड़के जी झिड़का भी पैण, माँ प्यो बच्चे को झिड़कते ही न। जे गुर झिड़के तो मीठा लगे, जे बख्शे तो गुर वडियाई। भावें अमीरी है, भावें गरीबी है, भावें जो मर्जी है, पर समुंदर किंदे छड्डना नहीं चाहिए क्योंकि समुंदर की महिमा बड़ी है। समुंदर विशाल बड़ा है। जिहड़ा छप्पड़ है वह ना ही माड़ा है। छप्पड़ दे विच एकदम गंदगी बड़ा, सड़ियाण और बदबू, मझां दा गावां दा खूह मूत, निआणिਆਂ ਦਾ बड़ा कुछ माफ करना। किन्ना वेखो ते जाड़ा बूढ़ी मार ते गर्मियां दे विच सड़ियाण पिया मारदा, उहदे लागे तां बंदा खलो नहीं सकदा। तो इस वास्ते छप्पड़ का ना ही माड़ा। पुराना टाइम सीगा ते उदों गल होर सीगी, पर अजकल तो सब कुछ गंदा होया पिया। जिहड़ा समुंदर है, समुंदर उहदे ते लोग बड़े फख्र नाल जांदे आ कि जी मैं समुंदर की सैर करके आया। अजकल लोग हवाई जहाज दी टिकटां लैके जांदे ते बड़ा फख्र करते हैं। जे कोई कहे मैं छप्पड़ ते हो गया, अगला कहूगा भी ये कितनी वड्डी गल है। क्यों कबीर जी कहते भी छप्पड़ तो भाई जिस तरह मर्जी है, वो तो छप्पड़ ही है। तो जिहड़ा समुंदर है, समुंदर का ना ही वड्डा है, भावें खारा है, जो मर्जी है। ਉਹਦੇ किनारे ते गर्मी भी है, सर्दी भी है, कई मुश्किल भी हैं। ਉਹਦੇ ਵਿੱਚ ਵੜਨ ਤੋਂ पैर ਦੇ ਵਿੱਚ पत्थर पुत्थर ਵੱਜ के पैर ਜ਼ਖਮੀ भी हो जाते हैं। तो औगण भी हैं, पर फिर भी सो कहते कबीर समुंद ना छोड़िए जवत खारो होए। भावें वो खारापना भी क्यों ना है, भी समुंदर नहीं छड्डना चाहिए। पोखर पोखर ढूंढ ते पर उन्हें कह है कोई। छप्पड़ां दे विच जाल पाउण तो डड्डियां मच्छियां आउणगियां, समुंदर दे विच हीरे मोती जवाहरात होंदे ने। इस वास्ते गुरुद्वारा छड्ड के आपां नूं किते भी नहीं जाना चाहिए। श्री गुरु ग्रंथ साहिब महाराज की हजूरी दे विच कथा कीर्तन महाराज की हजूरी विच ही सुनो। कोई भावें जिन्ना मर्जी चंगा बोले, किसी के पिछे ना लगो। ये महाराज सच्चे पातशाह जी का नियम है। बाणी गुरु, गुरु है बाणी, विच बाणी अमृत सारे। गुरबाणी का है सेवक जन मन, प्रतख गुरु निस्तारे। उन्हों का की प्रचार है? कहे जी बाणी तो कहती है नाम जपो, तो फिर हुण की करिए? नाम जपया करो भाई। तो नाम मिलता कितों है? बाबा जी के कोलों। आओ तुहानूं दसीए, कान करो। वो फिर अपने नाम देंदे हैं। 5 नाम ने। राधा स्वामी
ਗੁਰਮੁਖ ਪਿਆਰਿਆਂ ਦੇ ਜੋਤ ਨਿਰੰਜਨ ਸੋਹਣ ਸਤਨਾਮ ਓੰਕਾਰ ਦੇ ਨਿਰੰਕਾਰ ਤੇ ਤਿੰਨ ਨਾਮ ਨੇ ਸਰਸੇ ਵਾਲਿਆਂ ਦੇ ਸ਼ਬਦ ਸਰੂਪੀ ਰਾਮ ਸਤਿਪੁਰਖ ਤੇ ਅਕਾਲ ਮੂਰਤ ਜਿਹੜੇ ਨਸ਼ਹਿਰੇ ਸਾਹਿਬ ਵਾਲੇ ਹਨ। ਸਾਧ ਸੰਗਤ ਜੀ ਨੀਰਧਾਰੀ ਜਾਂ ਨਾਮਧਾਰੀ ਗੁਰਮੁਖ ਪਿਆਰੇ ਮਰਯਾਦਾ ਬਹੁਤ ਉਹਨਾਂ ਦੀ ਉੱਚੀ ਸੁੱਚੀ ਹੈ, ਸਾਡੇ ਨਾਲ ਬਹੁਤ ਵਧੇਕ ਹੈ। ਉਹਨਾਂ ਦਾ ਨਾਮ ਹੈ ਵਾਹੋ। ਪਰ ਜੇ ਤੁਸੀਂ ਆਖੋ ਕਿ ਗੁਰਮੰਤਰ ਕਿਹੜਾ ਹੈ, ਸਾਡੇ ਗੁਰੂਆਂ ਦਾ ਦਸਾਂ ਪਾਤਸ਼ਾਹੀਆਂ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ। ਜੇ ਕੋਈ ਹੋਰ ਬਖਸ਼ਿਆ ਹੁੰਦਾ ਤਾਂ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਹਨ। ਜਦ ਉਹਨਾਂ ਵਾਰ ਦੇ ਵਿੱਚ ਲਿਖੀ ਸੀ ਪੰਕਤੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਤਾਂ ਸਤਿਗੁਰੂ ਜੀ ਉਹਨਾਂ ਨੂੰ ਰੋਕ ਦਿੰਦੇ ਕਿ ਭਾਈ ਸਾਹਿਬ ਸਾਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਹੋ ਦਿੱਤਾ ਹੈ ਜਾਂ ਵਾਹਿਗੁਰੂ ਦਿੱਤਾ ਹੈ, ਤੁਸੀਂ ਵਾਹਿਗੁਰੂ ਕਿਵੇਂ ਲਿਖ ਦਿੱਤਾ? ਪਰ ਨਹੀਂ, ਗੁਰਮੰਤਰ ਵਾਹਿਗੁਰੂ ਹੀ ਹੈ। ਰਹਿਤਨਾਮੇ ਚ ਬਚਨ ਨੇ ਵਾਹਿਗੁਰੂ ਕੇ ਮੰਤਰ ਬਿਨ ਜਪੈ ਔਰ ਕੋਈ ਜਾਪ ਸੋ ਸਾਖਤ ਸਿੱਖ ਮੂਲ ਨੇ ਬਚਨ ਹੈ ਸ੍ਰੀ ਮੁਖਵਾ। ਇਹ ਜਿਹੜਾ ਵਾਹਿਗੁਰੂ ਨਾਮ ਹੈ ਇਹ ਬਾਣੀ ਦੇ ਵਿੱਚ ਦਰਜ ਹੈ। 17 ਵਾਰ ਆਇਆ ਸਵਈਆਂ ਦੇ ਵਿੱਚ ਵਾਹਿਗੁਰੂ 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 ਵਾਹਿ ਜੀਓ ਕਬਲ ਨੈਣ ਮਧੁਰ ਬੈਨ ਕੋੜ ਸੈਨ ਸੰਗ ਸੋਭ ਕਹਿਤ ਮਾਂਜ ਸੋਧ ਜਿਸ ਦਹੀਂ ਪਾਦ ਖਾਹੇ ਜੀਓ। ਇਹ 17 ਵਾਰ ਉਚਾਰਿਆ ਮਹਾਰਾਜ ਨੇ। ਕਿਉਂ? ਵਾਹਿਗੁਰੂ ਗੁਰਬਾਣੀ 'ਚ ਲਿਖਿਆ ਹੋਇਆ ਤਾਂ ਵਾਹਿਗੁਰੂ ਗੁਰਬਾਣੀ ਹੈ ਤੇ ਗੁਰਬਾਣੀ ਦੇ ਵਿੱਚ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਵਾਹਿਗੁਰੂ ਨਾਮ ਲਿਖਿਆ। ਇਹ ਨਾਮ ਜਪੋ, ਇਸ ਲਈ ਬਾਣੀ ਨਾਮ ਹੈ, ਨਾਮ ਗੁਰਬਾਣੀ ਹੈ। ਇਹ ਅਭੇਦਤਾ ਹੈ। ਜਦੋਂ ਦਿਲ ਕਰੇ ਉਦੋਂ ਗੁਰਬਾਣੀ ਪੜ੍ਹੀਏ, ਰੱਜ ਕੇ ਪੜ੍ਹੀਏ। ਤੇ ਜਦੋਂ ਕਈ ਵਾਰ ਸਰੀਰ ਥਕਾਵਟ ਮਹਿਸੂਸ ਕਰਦਾ, ਇਕੱਲੇ ਮੰਤਰ ਦਾ ਅਭਿਆਸ ਕਰਨ ਨੂੰ ਮਨ ਕਰੇ ਤਾਂ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਨਾਲ ਵਾਹਿਗੁਰੂ ਨਾਮ ਲੈ ਕੇ ਜਾਂ ਮੂਲ ਮੰਤਰ ਦੀ ਮਾਲਾ ਫੇਰੋ ਭਾਈ। ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਵੀ ਜੁਗਤੀ ਕਿਹੜੀ ਹੈ, ਕਿਸੇ ਤੋਂ ਇਹ ਪੁੱਛਣ ਦੀ ਲੋੜ ਨਹੀਂ ਵੀ ਨਾਮ ਜਿਹੜਾ ਹੈ ਗੁਰੂ ਘਰ ਵਿੱਚ ਸੁਤੇ ਸਿੱਧ ਸਾਨੂੰ ਪ੍ਰਾਪਤ ਹੈ। तो अजकल जोड़े प्रचारक ने साढ़े अपने भरा मिशनरी वाले भी इतों तक भी अखंड कीर्तनी संप्रदाय या होर गुरमुख प्यारे भी आतरवाड़ी वाले भी ये जोर देंगे ने कि वाहिगुरु नाम का अभ्यास करो, केवल नाम का अभ्यास करो। तो जी गुरबाणी का नितनेम है या बार बार बाणी पढ़नी है, ये तो अखंड पाठा को भी नहीं मानते। ਜਿਹੜੇ ਕਈ ਗੁਰਮੁਖ ਨੇ ਸਹਿਜ ਪਾਠ ਬਾਰੇ ਵੀ ਜਾਂ ਬਾਰ-ਬਾਰ ਜਪਜੀ ਸਾਹਿਬ ਦੇ ਪਾਠ ਬਾਰੇ ਵੀ ਕਹਿੰਦੇ ਵੀ ਇਹ ਤਾਂ ਤੋਤੇ ਵਰਗੀ ਰੱਟ ਹੈ। ਮੈਂ ਹੈਰਾਨ ਉਹਨਾਂ ਲੋਕਾਂ ਦੇ ਵੀ ਉਹ ਕੀ ਕਰਨ ਆਏ ਨੇ ਗੁਰਦੁਆਰਾ ਸਾਹਿਬ ਤੇ ਬੋਲ ਕੀ ਰਹੇ ਨੇ, ਸੰਗਤ ਨੂੰ ਸਮਝਾ ਕੀ ਰਹੇ ਹਨ। ਇਹ ਗੱਲ ਸਹੀ ਹੈ ਕਿ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ, ਪਰ ਸਾਰੀ ਉਮਰ ਜਾਚ ਹੀ ਸਿੱਖਦੇ ਰਹਿਣਾ। ਦੱਸੋ ਮੇਰੀ ਉੱਤਰ ਦਿਓ, ਮੇਰੀ ਗੱਲ ਸੁਣੋ ਪਿਆਰ ਨਾਲ। ये जाच की सीख रहे हैं आप, की सीखांगे? जाच तो यही है भी भजन करो, सिमरन करो। गुरबाणी का पाठ भी तो भजन ही है। मैं पहले दिन गुरुद्वारे आया, ज्ञानी जंगवीर सिंह जी सचखंड हजूर साहब कथावाचक ने, ज्ञानी कुलवंत सिंह नाल उन्होंने दोस्ती बड़े प्यार अमेरिका के सिटीजन होने के बावजूद भी वो कथा कर रहे हैं। तो उन्होंने प्यार का सदका उन्होंने मैंने समझाया, कहते भी तू टकसाल च आया, तू अपना ही करी जाना। अपना तो बंदा घर भी बह के कर सकता, गुरुद्वारे तो बाणी पढ़ो भाई, इतों कुछ सीखो। टकसाल नाम ही सीखण का। मैं कहा भी मैनूं तो सारा कुछ ही आता, आप कह ही देंगे अखंड पाठी तो आप पहला ही हाँ। तो 100 अंग 2 घंटे कर देता तो मैं तो होर की सिखाओगे? कहते नहीं, सीखना है। सिख का मतलब है सीखना। वही गल मेरे मन च घर कर गई। मैं ज्ञानी जी को गया, ज्ञानी सुरजीत सिंह जी सोधी। मैं कहा जी महापुरखो कृपा करो, पढ़ाओ। कहते पढ़ो।
एक हफ्ता उन्होंने मैंने मूल मंत्र को गा नहीं जान देता। एक हफ्ता मैं मान गया भी सचमुच ही टकसाल ही है। और वो तो बाद कहते पढ़ जिन्ना मर्जी है मेरी वालों भावें जिन्ने अंग 100 अंग करना, पर खुद एक गल याद रखनी भी जो मैनू सुना है उन्होंने कमरे च बैठ के कल्ले बैठ के 10 बार पढ़ना। मैं जी का की मतलब बाणी तो आँदी हुई अपन सियारियां बेरियां तुम सिखा दी समझ आ गई, बस बार बार का मतलब की होया बह जा ध्यान नाल सुन। महाराज ने बड़ा बाणी च की आख्या, मैं कहा जी दसो। कहते महाराज कहते आयो सुनन पढ़न को बाणी। कद नहीं आया तू घरों? आयो सुनन पढ़न को बाणी। ये होर दसो की करना आप? संगतां आपां नूं रोटियां खवालदियां देसी घ्यो की दाल ते चौपड़ के प्रशादे, कोई काम नहीं करना वेलियां देखो पखा चलता नहाउण धोउण सब सहूलतां एसी कमरा। ये गुरु दियां प्यारियां संगतां साडे ते पैसे खर्चदियां कि गुरुद्वारे रहो, रोटियां तुसीं साडे कोलों खाओ भावें गड़ा करके या सीधा दुध पानी आप लिआउंदियां। काहदे लई? गृहस्थी बंदे तां अपने बच्चे पालदे 8-8 घंटे ड्यूटी करके भी गुरु ग्रंथ साहिब का घर च प्रकाश रख के सहज पाठ भोग पाउंदे ने महीने बाद, ते तुहानूं संगत मुफ्त दा खवालदी है। तो फिर जे तुसीं कुछ विशेष ना कीता, कुछ अभ्यास करके पढ़िया ना, तो फिर फायदा की होया गुरुद्वारे आउण दा? वाहिगुरु वाहिगुरु भी तो करना ही है, भजन भी तो करना ही है। समझ लो कि गुरबाणी वाहिगुरु नाम है, तो परमात्मा का चिंतन कर रहे हैं। पढ़ाई में एक पासे रख दो, 10 बार इनू पढ़ना रीड करना ताकि जबानी याद होने की तरह रसना से चढ़ जाए। जो कोई सवाल करे उस वक्त की भक्ति का उत्तर फुराए। इस वास्ते कि गुरु महाराज की मर्यादा है, सच्चे पातशाह ने कृपा की है, अभ्यास भी जरूरी करना चाहिए। जी गल बड़ी सही है। इस वास्ते जी गुरबाणी है, सुखमनी साहिब का पाठ है, जपजी साहिब का पाठ है, भावें तो वाहिगुरु नाम दी माला फेरो 2 घंटिया के 80 या 90 माला फिर जांदियां ने, 108 घंटिया की माला। ते भावें मूल मंत्र की माला फेरो 2 घंटिया के 7 या 8 माला सौखियां फिर जांदियां ने। ते भावें जपजी साहिब के पाठ करो 2 घंटिया के 8 पाठ सौखे हो जाते हैं, 15 मिनटा च एक पाठ। ते भावें सुखमनी साहिब जी के पाठ करो 8 घंटिया के जे सौखे तरीके नाल करो, बड़े आराम नाल ते 5 पाठ सौखे हो जाते हैं। तो वैसे भी 1.25 घंटे 2-2.5 घंटे 2 पाठ हो जाते। तो इंज जो तुहाडा मन करदा वो करो, पर गुरबाणी का खंडन ना करो। जिस बाणी ने सानू सब कुछ सिखा लिया, रहनी बहनी ते कहनी सिखाई है, इस बाणी की बदौलत ही सानू बोलना आया, संगतां दे विच किवें पेशकारी करनी। जो आपां बाणी नूं छड्ड बैठीए ते आखीए भी वाहिगुरू विच ही सारा कुछ है, तो कल्ले वाहिगुरू नूं ही महाराज लिख दिंदे 1430 अंक लिखण की लोड़ पई सी। जो कोई बंदा तुहानूं पुछण वाला होवे सिखां नूं ताकि जी सानू पढ़न की लोड़ नहीं, जे तुहाडे तुसीं नहीं पढ़ोगे तुहाडे बच्चे नहीं पढ़नगे, गां फिर गुरु ग्रंथ साहिब की सेवा कौन करूगा भाई? तो इस वास्ते गुरबाणी भी नाम है, कभी भी ये प्रचार ना करो या जिहड़ा करदा है उन्होंने टोको भाई गुरबाणी को ना सानू सारा कुछ मिलिया है। तो इस वास्ते गुरबाणी के नित नियम का खंडन नहीं करना चाहिए। तोते वर्गी रट नहीं है, पढ़ के वेखो, डेली जपजी साहिब के 25 पाठ करके वेखो, ते 36 माला मूल मंत्र दियां फेर के वेखो, 5 पाठ सुखमनी साहिब के करके वेखो, 40 दिनों बाद तुसीं गल करो, अपने आप ही अवस्था चेंज होएगी। झगड़ा का की करना, किसी ने बोलने को दिल नहीं करेगा। तो तर्कशील सोसाइटी जी एक बार भी वाहिगुरू नहीं कहती, वही झगड़िया के तर्कों के पैंदी है। आपने तर्क नहीं उठानी, शरधा की नींह है, सिक्खी की नींह शरधा है।
ਸ਼ਰਧਾ ਦੇ ਉੱਪਰ ਹੀ ਸਿੱਖੀ ਦਾ ਮਹਾਨ ਉਸਰਿਆ। ਇਸ ਵਾਸਤੇ ਜਿਹੜੇ ਸੰਤ ਨੇ, ਜੇ ਤੁਸੀਂ ਸੱਚਮੁੱਚ ਹੀ ਸੰਤ ਬਣਨਾ ਹੈ ਤਾਂ ਸੰਤ ਜਿਹੜੇ ਨੇ ਵਾਹਿਗੁਰੂ ਦਾ ਨਾਮ ਸਿਮਰਦੇ ਨੇ, ਸਾਰਿਆਂ 'ਚ ਰਮਿਆ ਹੋਇਆ ਜਾਣਗੇ, ਪਾਪਾਂ ਦਾ ਨਾਸ਼ਕ ਹੈ। ਇੱਕ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਸੁਣਦੇ ਹਨ, ਉਹਨੂੰ ਹੀ ਜਪਦੇ ਨੇ। ਜੋ ਗੁਰਬਾਣੀ ਜੋ ਹੈ ਪ੍ਰਭੂ ਪਰਮਾਤਮਾ ਦਾ ਨਾਮ ਹੈ, ਇਹ ਪਾਪਾਂ ਦੀ ਨਾਸ਼ਕ ਹੈ। ਦੁਖ ਰੋਗ ਸੰਤਾਪ ਕਰ ਸੁਣੀ ਸੱਚੀ ਬਾਣੀ। ਸਿਮਰੰਤ ਸੰਤ ਸਰਬੱਤਰ ਰਮਣੰ। ਪਰਮੇਸ਼ਰ ਸਾਰੇ ਸੰਸਾਰ 'ਚ ਰਮਿਆ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 10 ਪਾਤਸ਼ਾਹੀਆਂ ਦੀ ਜੋਤ ਹੈ। ਜਦ ਵੀ ਸਹਿਜ ਪਾਠ ਕਰੀਏ, ਮਹਾਰਾਜ ਤੋਂ ਵੇਖ ਕੇ ਅੱਖਰ ਅੱਖਰ ਕਰੀਏ। ਅਖੰਡ ਪਾਠ ਸਾਹਿਬ ਗੁਰੂ ਸਾਹਿਬ ਦੇ ਨਾਲੇ ਤਾਂ ਦਰਸ਼ਨ ਨੇ, ਜੋਤ ਦੀ ਹਜ਼ੂਰੀ ਦੇ ਵਿੱਚ 10 ਪਾਤਸ਼ਾਹ ਦੀ ਨਿਗਾਹ ਸਾਡੇ ਤੇ ਪੈਣੀ ਹੈ। ਬਾਬੇ ਅਤਰਸੋਂ ਮਸਤੂਆਣ ਵਾਲਿਆਂ ਨੇ ਸਹਿਜ ਪਾਠ ਕਰਦੇ ਬ੍ਰਹਮ ਗਿਆਨ ਪਾਇਆ ਸੀਗਾ। ਬਾਬੇ ਗੁਰਬਚਨ ਸਿੰਘ ਨੇ 1.25 ਲੱਖ ਜਪਜੀ ਸਾਹਿਬ ਦੇ ਪਾਠ ਕਰਦਿਆਂ ਇੱਕ ਵਾਰ 84ਵਾਂ ਪਾਠ ਕਰ ਰਹੇ ਸੀ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੋਈ, ਗੋਪਾ ਰਾਏ। ਸਾਡੇ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਚਰਨਾਂ ਦੀ ਮੌਜ ਮਾਣੀ, ਸੰਤ ਠਾਕਰ ਸਿੰਘ ਜੀ, ਉਹ 8 ਪਾਠ ਸੁਖਮਨੀ ਸਾਹਿਬ ਦੀ ਦਿਹਾੜੀ ਸੁਣ ਲੈਂਦੇ ਸੀ ਤੇ 5 ਗ੍ਰੰਥੀ ਦਾ ਨਿਤਨੇਮ। 24 ਸਾਹਿਬ ਦੇ ਪਾਠ ਤਾਂ 25 30 5 ਪਾਠ ਜਪਜੀ ਸਾਹਿਬ ਦੇ। ਮੈਨੂੰ ਕਹਿੰਦੇ ਵੀ ਰੋਟੀ ਖਾ ਕੇ 5 ਪਾਠ ਕਰਿਆ ਕਰ। ਮੈਂ ਕਿਹਾ ਜੀ ਹੁੰਦੇ ਨਹੀਂ। ਇਉਂ ਬੇਨਤੀ ਹੈ ਵੀ ਆਪ ਤਾਂ ਕਰਨੇ ਔਖੇ ਨੇ, ਤੁਸੀਂ ਸੁਣ ਲਿਆ ਕਰੋ। ਕਹਿੰਦੇ ਠੀਕ ਹੈ, ਮੈਨੂੰ ਸੁਣਾ ਦਿਆ ਕਰ। ਨਾਭਾ ਸਾਹਿਬ ਪ੍ਰਸ਼ਾਦਾ ਛਕ ਕੇ ਤੇ ਮੈਂ ਕਿਹਾ ਵੀ ਸੁਣੋ। 5 ਪਾਠ ਸੁਣਦੇ ਰਹੇ। 5 ਪਾਠ ਤਾਂ ਆਮ ਹੀ ਉਹਨਾਂ ਦਾ ਨਿਯਮ ਸੀਗਾ, ਸੁਣ ਕੇ ਤੇ ਫਿਰ ਕੀਰਤਨ ਸੁਣਦਾ ਕਰਨਾ। ਤੋ ਇੰਜ ਉਹ ਮਹਾਂਪੁਰਖ ਇਕੱਠੇ ਪੈਰ ਦਿਨੇ ਰਾਤ ਬਾਣੀ ਪੜ੍ਹਦੇ ਤੇ ਸੁਣਦੇ, ਵੇਖ ਕੇ ਕਈ ਵਾਰ ਹੈਰਾਨ ਹੋ ਜਾਈਦਾ। ਸੁੱਤੇ ਪਿਆ ਬੰਦੇ ਦੇ ਕੋਲ ਕੋਈ ਰੌਲਾ ਪੈਂਦਾ ਹੋਵੇ, ਆਪਾਂ ਆਖੀਦਾ ਚੁੱਪ ਕਰ, ਪਰ ਉਹਨਾਂ ਕਹਿਣਾ ਵੀ ਮੇਰੇ ਕੰਨ ਲਾਗੇ ਬੋਲੋ। ਰਾਤ ਨੂੰ ਵੀ ਸੇਮ ਜਿਸ ਤਰ੍ਹਾਂ ਅਖੰਡ ਪਾਠ ਰੱਖੀਦਾ, ਇਸ ਤਰ੍ਹਾਂ ਰਾਤ ਨੂੰ ਵੀ ਕੰਨ ਦੇ ਕੋਲ ਬਾਣੀ ਸੁਣਦੇ। ਇੰਨਾ ਉਹਨਾਂ ਦਾ ਜੀਵਨ ਸੀਗਾ। ਇਹ ਸੰਤ ਦੀ ਅਵਸਥਾ ਹੈ। ਨਾਨਕ ਅਗਨ ਸਨ ਜਗਦੀਸ਼ਵਰ ਹੈ। ਤੁਸੀਂ ਸੱਚਮੁੱਚ ਹੀ ਪਾਪਾਂ ਨੂੰ ਨਾਸ਼ ਕਰਨਾ ਚਾਹੁੰਦੇ ਹੋ ਤੇ ਜਗਤ ਦਾ ਈਸ਼ਵਰ ਮਾਲਕ ਵਾਹਿਗੁਰੂ, ਉਹਦਾ ਨਾਮ, ਉਹਦੀ ਬਾਣੀ ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ। ਬਾਣੀ ਪੜ੍ਹਨ ਤੇ ਸੁਣਨ ਦਾ ਇਹ ਫਲ ਹੈ ਕਿ ਪਾਪ ਨਾਸ਼ ਹੁੰਦੇ ਨੇ, ਪੁੰਨ ਬਣਦੇ ਹਨ ਤੇ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਵੇਖਣਾ ਸੁਣਨਾ ਸੁਣਾਵਨੋ। ਸੰਤਾਂ ਦੀ ਅਵਸਥਾ ਕੈਸੀ ਹੈ ਕਿ ਉਹ ਵਾਹਿਗੁਰੂ ਨੂੰ ਹੀ ਵੇਖਦੇ ਨੇ, ਵਾਹਿਗੁਰੂ ਦਾ ਨਾਮ ਹੀ ਸੁਣਦੇ ਨੇ, ਵਾਹਿਗੁਰੂ ਦਾ ਨਾਮ ਹੀ ਗਾਹ ਸੁਣਾਉਂਦੇ ਹਨ। ਤਰਤ ਪਾਤਾਲ ਆਕਾਸ਼ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਸੋ ਆਓ ਵਾਹਿਗੁਰੂ ਜੀ, ਬੈਠੋ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਪਾਣੀ ਵਾਹਿਗੁਰੂ ਜੀ। ਕਿਸੇ ਨੂੰ ਕੋਈ ਕਰਕੇ ਜਾਂ ਤੂੰ ਕਰਕੇ ਨਹੀਂ ਬੁਲਾਉਂਦੇ। ਵਾਹਿਗੁਰੂ ਨਾਮ ਦੇ ਨਾਲ ਹੀ ਛੋਟੇ ਨੂੰ ਵੀ ਵੱਡੇ ਨੂੰ ਵੀ ਨਾਲੇ ਦਾ ਨਾਮ ਵੀ ਆਖਿਆ ਜਾਂਦਾ, ਨਾਲੇ ਪਿਆਰ ਦੀ ਬੋਲੀ ਹੈ। ਮਨ ਮਹਿ ਦ੍ਰਿੜੀਆ ਸਾਚ। ਮਨ ਦੇ ਵਿੱਚ ਸੱਚੇ ਵਾਹਿਗੁਰੂ ਦਾ ਨਾਮ ਹੀ ਦ੍ਰਿੜ ਕਰਦੇ ਹਨ। ਇਸੇ ਤਰ੍ਹਾਂ ਤੁਹਾਨੂੰ ਵੀ ਬੇਨਤੀ ਹੈ। ਵੇਖਣਾ ਸੁਣਨਾ ਸੁਣਾਵਨੋ। ਅਨੁਭਵ ਰੂਪ ਨੇਤਰਾਂ ਦੇ ਨਾਲ ਵਾਹਿਗੁਰੂ ਦੇ ਦਰਸ਼ਨਾਂ ਨੂੰ ਵੇਖਣਾ ਕਰੀਏ ਤੇ ਉਸ ਵਾਹਿਗੁਰੂ ਦਾ ਨਾਮ ਸ਼ਬਦ ਤੇ ਵਿਸ਼ਵਾਸ ਰੋਟੀ ਕਰਨਾ ਨਾਲ ਸੁਣੀਏ ਤੇ ਪ੍ਰੀਤੀ ਰੂਪੀ ਜ਼ਬਾਨ ਨਾਲ ਗਾਂ ਸੁਣਾਉਣਾ ਕਰੀਏ। ਕਈ ਕਹਿੰਦੇ ਅਖੇ ਜੀ ਉਹਦੇ ਮਨ 'ਚ ਕੁਛ ਨਹੀਂ ਹੈ, ਉਹ ਤਾਂ ਉਹੀ ਗਾਲਾਂ ਕੱਢਦਾ। ਗਾਲ ਥੋੜ੍ਹੋ ਸਿੱਖ ਦੇ ਜ਼ਬਾਨ ਤੇ ਹੋਣੀ ਚਾਹੀਦੀ ਹੈ। ਗਾਜੀ ਕਹੋ ਸਤਨਾਮ ਸ੍ਰੀ ਵਾਹਿਗੁਰੂ। ਜਦ ਵੀ ਬੋਲੀਏ ਗਾਂ ਸੁਣਾਈਏ ਵੀ ਵਾਹਿਗੁਰੂ, ਕਿਉਂਕਿ ਅੰਦਰ ਕਮਾਣਾ ਸਰਪ੍ਰਭੂ ਜੋ ਢਿੱਡ 'ਚ ਉਹੀ ਜ਼ਬਾਨ ਤੇ ਹੁੰਦਾ। ਜੇ ਢਿੱਡ 'ਚ ਵਾਹਿਗੁਰੂ ਹੋਵੇਗਾ ਤਾਂ ਜ਼ਬਾਨ ਤੇ ਵੀ ਵਾਹਿਗੁਰੂ ਆਵੇਗਾ। ਮਨ ਮਹਿ ਦ੍ਰਿੜੀਆ ਸਾਚ। ਸੱਚੇ ਵਾਹਿਗੁਰੂ ਨੂੰ ਮਨ ਦੇ ਵਿੱਚ ਪੱਕਾ ਕਰੀਏ। ਇੰਨਾ ਪੱਕਾ ਕਰ ਲਈਏ ਵੀ ਸੁੱਤੇ ਪਿਆ ਵੀ ਸੁਣਦਾ ਰਹੇ। ਉਠਤ ਬੈਠਤ ਸੋਵਤ ਨਾ ਕਹੋ ਨਾਨਕ ਜਨ ਕੈ ਸਦਕਾ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈ ਹੈ। ਜਨ ਨਾਨਕ ਗੁਰਮੁਖ ਕਰ ਰਹੀ ਹੈ। ਇੱਕ ਸਿੰਘ ਮੇਰੇ ਨਾਲ ਪਾਠ ਕਰਾਉਂਦਾ ਹੁੰਦਾ, ਸੁਰਿੰਦਰ ਸਿੰਘ ਸੋਹੀਆਂ ਵਾਲਾ। ਅਨੰਦਪੁਰ ਸਾਹਿਬ ਅਭਿਆਸ ਕਰ ਰਿਹਾ।
ਉਹਨੇ ਕਈ ਵਾਰ ਮੈਨੂੰ ਕਹਿਣਾ ਵੀ ਮੈਂ ਉੱਠਣਾ ਤੇ ਕਸ਼ਹਿਰਾ ਪਰਨਾ ਵੇਖਣਾ ਤਾਰ ਤੇ 3 ਵਜੇ ਅੰਮ੍ਰਿਤ ਵੇਲੇ। ਜੇ ਤਾਂ ਕਸ਼ਹਿਰਾ ਗਿੱਲਾ ਹੋਣਾ ਸਮਝਣਾ ਵੀ ਨਹੀਂ ਨਹਾਤਾ, ਜੇ ਗਿੱਲਾ ਹੋਣਾ ਸਮਝਣਾ ਨਹਾ ਲਿਆ, ਜੇ ਸੁੱਕਾ ਹੋਣਾ ਤਾਂ ਫੜ ਕੇ ਬਾਥਰੂਮ ਚਲੇ ਜਾਣਾ। ਮਤਲਬ ਸੁੱਤੇ ਪਿਆ ਹੀ ਪਤਾ ਹੀ ਨਹੀਂ ਲੱਗਣਾ ਵੀ ਕਿਉਂ ਜਾਪਣਾ ਵੀ ਇਸ਼ਨਾਨ ਵੀ ਕਰ ਲਿਆ, 5 ਬਾਣੀਆਂ ਵੀ ਪੜ੍ਹੀਆਂ, ਸਿਮਰਨ ਵੀ ਚੱਲ ਰਿਹਾ, ਤੇ ਸੁੱਤਿਆਂ ਤੇ ਜਾਗਦਿਆਂ ਇੱਕ ਰਸ ਅਵਸਥਾ, ਇਹ ਗੁਰਮੁਖਾਂ ਦੀ ਅਵਸਥਾ ਹੈ। ਇਸੇ ਪ੍ਰਕਾਰ ਵੇਖਣ ਸੁਣਨ ਸੁਨਾਵਨ। ਇਹ ਭਾਈ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਅੱਖਾਂ ਨਾਲ ਤੁਸੀਂ ਵਹਿੰਦੇ ਹੋ, ਅਕਾਲ ਆਸ਼ਰਮ ਆਈ ਹਸਪੀਟਲ ਜਾ ਕੇ ਵੇਖੋ, ਲੋਕ ਤਰਲੇ ਮਾਰਦੇ ਨੇ ਕਿ ਸਾਡੀ ਨਿਗਾਹ ਵਾਪਸ ਆ ਜਾਏ। ਇਹ ਮਹਾਰਾਜ ਦਾ ਗੋਡ ਗਿਫਟ ਜੇ, ਪੈਸੇ ਨਾਲ ਕੁਛ ਨਹੀਂ ਜੇ ਹੁੰਦਾ। ਜੇ ਤੁਹਾਨੂੰ ਰੱਬ ਨੇ ਅੱਖਾਂ ਦਿੱਤੀਆਂ ਨੇ, ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ ਵੇਖ ਰਹੇ ਹੋ, ਤੇ ਘੱਟੋ ਘੱਟ ਇੱਕ ਟਾਈਮ ਨਹੀਂ ਤਾਂ 2 ਟਾਈਮ ਤਾਂ ਗੁਰੂ ਨੂੰ ਆ ਕੇ ਦੇਖੋ, ਬਈ ਸੰਗਤ ਦੇ ਦਰਸ਼ਨ ਕਰੋ। ਜੇ ਵਾਹਿਗੁਰੂ ਨੇ ਤੁਹਾਨੂੰ ਕੰਨ ਦਿੱਤੇ ਨੇ ਤੇ ਬਾਣੀ ਨੂੰ ਸੁਣੋ, ਕੀਰਤਨ ਸੁਣੋ। ਤੇ ਦੂਜੇ ਪਾਸੇ ਕਿਉਂ ਆਪਾਂ ਪਏ ਹੋਏ ਆ? ਜੇ ਰੱਬ ਨੇ ਜ਼ਬਾਨ ਦਿੱਤੀ ਹੈ ਤੇ ਨਿੰਦਿਆ ਚੁਗਲੀ ਕਿਉਂ ਭਲਾ ਸੁਣਾ ਰਹੇ ਹੋ? ਗਾਲੀ ਗਲੋਚ ਵਾਹਿਗੁਰੂ ਦਾ ਨਾਮ ਸੁਣਾਓ ਭਾਈ। ਇਹ ਮਹਾਰਾਜ ਦੀ ਅਰਥ ਨੇ ਬਾਣੀ ਦੇ। ਮਨ ਮਹਿ ਦ੍ਰਿੜਿਆ ਸਾਚਾ। ਸੱਚੇ ਸਰੂਪ ਨੂੰ ਮਨ ਹਿਰਦੇ ਦੇ ਵਿੱਚ ਦ੍ਰਿੜ ਕਰਕੇ ਵਸਾ ਕੇ ਰੱਖੀਏ। ਇਸੇ ਪ੍ਰਕਾਰ ਵੇਖਣ ਸੁਣਨ ਸੁਨਾਵਨ। ਕਦੀ ਨਾ ਸਮਝੋ ਕਿ ਸਾਨੂੰ ਕੋਈ ਨਹੀਂ ਵੇਖ ਰਿਹਾ। ਵਾਹਿਗੁਰੂ ਦ੍ਰਿਸ਼ਟਾ ਰੂਪ ਹੋ ਕੇ ਸਾਰਿਆਂ ਨੂੰ ਦੇਖ ਰਿਹਾ ਜੀ, ਸਾਰਿਆਂ ਦੀਆਂ ਗੱਲਾਂ ਗੁਪਤ ਰੂਪ ਹੋ ਕੇ ਸੁਣ ਰਿਹਾ ਜੀ, ਤੇ ਗਾਂ ਦੂਜਿਆਂ ਨੂੰ ਸੁਣਾਉਣ ਵਾਲਾ ਵੀ ਉਹੀ ਹੈ। ਮਨ ਮਹਿ ਦ੍ਰਿੜਿਆ ਸਾਚ। ਸਾਡੇ ਮਨ 'ਚ ਫੁਰਨੇ ਸਵਾਲ ਉੱਠਦੇ ਨੇ, ਉਹਨਾਂ ਦਾ ਪੁੱਤਰ ਵੀ ਆਖ ਦਿੰਦਾ। ਉਹ ਸੱਚ ਸਰੂਪ ਪਰਮੇਸ਼ਰ ਨੂੰ ਹਿਰਦੇ 'ਚ ਵਸਾਉਣਾ ਕਰੀਏ। ਟਾਈਮ ਮੇਰਾ ਕਾਫੀ ਤੇ ਹੋ ਗਿਆ, ਹੁਣ ਆਪਾਂ ਸ਼ਬਦ ਦਾ ਭੋਗ ਪਾਈਏ। ਪੂਰਨਿਓ ਸਰਬਤਰ ਮੈਂ। ਉਹ ਵਾਹਿਗੁਰੂ ਮੁੱਖ ਦੀ ਗੱਲ ਇਹ ਹੈ ਕਿ ਸਾਰਿਆਂ 'ਚ ਪਰਿਪੂਰਨ ਹੋ ਕੇ ਮਿਲ ਰਿਹਾ ਹੈ। ਨਾਨਕ ਹਰ ਰੰਗ ਰਾਚ। ਇਸ ਕਿਸਮ ਦਾ ਨਿਸ਼ਚਾ ਕਰਕੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰਚੇ ਰਹੋ, ਤਦਾਕਾਰ ਹੋਏ ਰਹੋ। ਪਤਾ ਨਹੀਂ ਕਦੋਂ ਰੱਬ ਦਾ ਬੁਲਾਵਾ ਆ ਜਾਣਾ। ਇਹ ਸੰਸਾਰ ਦਾ ਬਾਗ ਹਮੇਸ਼ਾ ਖੜਿਆ ਨਹੀਂ ਜੇ ਰਹਿਣਾ ਸਾਡੇ ਲਈ। ਇੱਕ ਨਾ ਇੱਕ ਦਿਨ ਆਪਾਂ ਮੁਰਝਾ ਜਾਣਾ ਹੈ। ਪੌੜੀ। ਪੰਜਵੇਂ ਪਾਤਸ਼ਾਹ ਸਮਝ ਲਓ ਵੀ ਇਹਨਾਂ ਸ਼ਲੋਕਾਂ ਦੀ ਆਪ ਕਥਾ ਕਰਕੇ ਤੁਹਾਨੂੰ ਸੁਣਾ ਰਹੇ ਨੇ। ਹਰੇ ਗਣ ਰੰਜਨ ਗਾਈਐ। ਮੁੱਖ ਦੀ ਗੱਲ ਇਹ ਜੇ ਵੀ ਇੱਕ ਨਿਰੰਜਨ ਵਾਹਿਗੁਰੂ, ਮਾਇਆ ਮਾਲ ਤੋਂ ਰਹਿਤ ਵਾਹਿਗੁਰੂ ਨੂੰ ਗਾਓ ਭਾਈ ਰਸਨਾ ਦੇ ਨਾਲ। ਸਭ ਅੰਤਰ ਸੋਈ। ਸਾਰਿਆਂ ਦੇ ਵਿੱਚ ਉਹੀ ਵਸ ਰਿਹਾ ਹੈ। ਸਿੱਖਾਂ ਦੇ ਵਿੱਚ ਤਾਂ ਜ਼ਰੂਰ ਰੱਬ ਨੂੰ ਤੁਸੀਂ ਵੇਖੋ। ਕਰਨ ਕਾਰਨ ਸਮਰਥ ਪ੍ਰਭ। ਸਾਰੇ ਕਾਰਨਾਂ ਕਾਰਜਾਂ ਨੂੰ ਕਰਨ ਦੇ ਉਹੀ ਸਮਰੱਥ ਪ੍ਰਭੂ ਸ਼ਕਤੀਮਾਨ ਹੈ। ਜੋ ਕਰੇ ਸੋ ਹੋਈ। ਜੋ ਕੁਝ ਕਰਦਾ ਸੀ, ਹੁੰਦਾ ਸੀ, ਕਰਦਾ ਹੈ, ਹੁੰਦਾ ਹੈ, ਕਰੇਗਾ ਸੋ ਹੋਵੇਗਾ। ਖੈਨ ਮਾਹੈ ਥਾਪਿ ਥਾਪਦਾ। ਇੱਕ ਖਿੰਚੀ ਬੱਚੇ ਦਾ ਜਨਮ ਹੋ ਜਾਂਦਾ, ਦੂਜੀ ਖਿੰਚੀ ਬਜ਼ੁਰਗ ਚੜ੍ਹਾਈ ਕਰ ਜਾਂਦੇ ਨੇ। ਤਿਸ ਬਿਨ ਨਹੀਂ ਕੋਈ। ਇੱਕ ਪਾਸੇ ਬਜ਼ੁਰਗ ਚੜ੍ਹਾਈ ਕਰ ਜਾਂਦਾ, ਦੂਜੇ ਪਾਸੇ ਬੱਚੇ ਦਾ ਜਨਮ ਹੋ ਜਾਂਦਾ। ਉਸ ਵਾਹਿਗੁਰੂ ਤੋਂ ਬਗੈਰ ਕੋਈ ਨਹੀਂ ਹੈ। ਕੋਈ ਜੰਮ ਰਿਹਾ, ਕੋਈ ਮਰ ਰਿਹਾ। ਖੰਡ ਬ੍ਰਹਮੰਡ ਪਾਤਾਲ ਦੀਪ। ਖੰਡ ਜੋ 9 ਖੰਡਾਂ ਦੀ ਧਰਤੀ ਹੈ, ਬ੍ਰਹਮੰਡ ਟੋਟਲੀ ਸਾਰਾ, ਪਾਤਾਲ ਤੇ 7 ਦੀਪ। ਰਵਿਆ ਸਭ ਲੋਈ। 3 ਲੋਕ ਨੇ, ਸਭਨਾ ਲੋਕਾਂ ਦੇ ਵੇਜਾਂ 14 ਲੋਕ ਨੇ। 7 ਤਬਕ ਸਭਨਾ ਚੋਂ ਹੀ ਰਵਿਆ ਮਿਲਿਆ ਹੋਇਆ ਹੈ। ਜੈਸਾ ਆਪ ਬਜਾਏ ਸੋ ਬੁਝਸੀ। ਸਤਿਗੁਰਾਂ ਦੁਆਰਾ ਪਰਮੇਸ਼ਰ ਆਪਣਾ ਸਰੂਪ ਸਮਝਾ ਦਿੰਦਾ, ਉਹੀ ਸਮਝਦਾ ਹੈ। ਨਿਰਮਲ ਜਨ ਸੋਈ। ਉਹੀ ਪੁਰਸ਼ ਨਿਰਮਲ ਹੈ, ਉਜਲ ਹੈ। ਇੱਥੇ ਸਾਧ ਸੰਗਤਿਓ ਮੱਧ ਵਾਲਾ ਸ਼ਲੋਕ ਮਹੱਲੇ ਪੌੜੀ ਸਮੇਤ ਸੰਪੂਰਨ ਹੋਇਆ ਹੈ। ਪੁਰਸ਼ ਕੁਮਾਰ ਜੀ ਅੱਗੇ ਸਮਤ ਬਖਸ਼ਣੇ। ਖੰਡ ਬ੍ਰਹਮੰਡ ਪਾਤਾਲ ਦੀਪ। ਰਵਿਆ ਸਭ ਲੋਈ। ਜਿਸ
ਸਿਆਪ ਬਜਾਏ ਸੋ ਬੋਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤੋਂ ਪਾਇਆ ਸਹਿਜ ਸਿੱਧੀ ਮਾਰੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸਤਿਗੁਰ ਤੋਂ ਬਣਾਈਆਂ। ਸਭ ਦੋਖ ਗਾਵੋ ਹਰੀ ਕੇ ਰਾਮ ਜਨੀ ਵਸਾਇਆ। ਕਹਿ ਨਾ ਗਿਆਨ ਲਹੁਆ ਸਤਿਗੁਰੂ ਮੈਂ ਪਾਇਆ। ਮਨ ਮੇਰੇ ਆ ਤੂੰ ਸਦਾ